ਪੰਦੇਰ ਸਾਹਿਬ, ਪੰਜਾਬ ਅਸੈਂਬਲੀ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਸੀ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ। ਹੁਣ ਇਸ ਮਤੇ ਦਾ ਹਰਿਆਣੇ ਅਤੇ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਵਿਰੋਧ ਕੀਤਾ ਜਾ ਰਿਹਾ। ਬਿਲਕੁਲ ਜੀ, ਇਹਦੇ ਤੇ ਵਾਸੂ ਜੀ ਦੋ ਰਾਏ ਨਹੀਂ ਹੈ ਕਿ ਇਹਦੇ ਤੇ ਬਹੁਤ ਹੁਣ ਸਿਆਸਤ ਗਰਮ ਹੋ ਗਈ ਆ। ਬੇਸ਼ੱਕ ਇਹ ਇਸ਼ੂ ਬਹੁਤ ਦੇਰ ਦਾ ਠੰਡੇ ਵਸਤੇ 'ਚ ਪਿਆ ਸੀ। ਜਿਹੜੀਆਂ ਦੋਨੋਂ ਸਟੇਟਸ ਨੇ ਇਹਨਾਂ ਨੇ ਇਹਨੂੰ ਜਿਹੜਾ ਪਰਸੂ ਨਹੀਂ ਸੀ ਕੀਤਾ ਕਾਫੀ ਦੇਰ ਤੋਂ ਜੀ। ਇਸ ਮੁੱਦੇ ਦੀਆਂ ਜਿਹੜੀਆਂ ਬਹੁਤ ਸਾਰੀਆਂ ਜਿਹੜੇ ਰਿਲੇਟਡ ਇਸ਼ੂਜ਼ ਨੇ ਉਹਨੂੰ 1985 ਦੇ ਵਿੱਚ ਰਾਜੀਵ ਲੌਂਗੋਵਾਲ ਅਕੋਰਡ ਦੇ ਵਿੱਚ ਜਿਹੜਾ ਸੀ ਉਹ ਐਡਰੈਸ ਕਰ ਦਿੱਤਾ ਗਿਆ ਸੀ। ਨਾ ਤਾਂ ਉਹ 1985  'ਚ ਉਹ ਇੰਪਲੀਮੈਂਟ ਹੋਇਆ ਤੇ ਨਾ ਕੋਈ ਇੱਕ ਇਹ ਹੈਗੇ ਜੀ ਕਿ ਸਤਲੁਜ ਯਮੁਨਾ ਲਿੰਕ ਨਾਲ ਉਹਦੀ ਖੁਦਾਈ ਹੋ ਗਈ। ਕੁਝ ਪਾਸੇ ਬਣੀ ਹੋਈ ਹੈ, ਕਈ ਪਾਸੇ ਤਾਂ ਉਹ ਹੜ੍ਹਾਂ ਦਾ ਕਾਰਨ ਬਣੀ ਹੋਈ ਹੈ। ਪੰਜਾਬ ਚੰਡੀਗੜ੍ਹ ਮੰਗੀ ਜਾਂਦਾ, ਹਰਿਆਣਾ SYL ਮੰਗੀ ਜਾਂਦਾ। ਚਲੋ ਇਹ ਸਾਰਾ ਰੇੜਕਾ ਫਸਿਆ ਆ। ਸੋ ਹਰਿਆਣੇ ਦੀ ਅਸੈਂਬਲੀ ਨੇ ਵੀ ਪੰਜਾਬ ਦੀ ਅਸੈਂਬਲੀ ਦੀ ਤਰਜ਼ ਦੇ ਉੱਤੇ ਜਿਹੜਾ ਸੀ ਸਰਵਸੰਮਤੀ ਦੇ ਨਾਲ ਮਤਾ ਪਾਸ ਕੀਤਾ ਕਿ ਜਿਹੜਾ ਪੰਜਾਬ ਦਾ ਮਤਾ ਉਹਦਾ ਵਿਰੋਧ ਨਾ ਹੀ ਵਿਰੋਧ ਕੀਤਾ, ਪਰ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਹੀ ਨਹੀਂ ਪਰ ਮੋਹਾਲੀ ਔਰ ਖਰੜ ਦੇ ਉੱਤੇ ਵੀ ਹਰਿਆਣੇ ਦਾ ਹੱਕ ਹੈ ਕਿ ਇਹ ਜਿਹੜਾ ਸੀ ਪਹਿਲੇ ਜਿਹੜੇ ਸ਼ਾਹ ਕਮਿਸ਼ਨ ਵਗੈਰਾ ਸੀ ਉਹਨਾਂ ਦੇ ਵਿੱਚ ਇਹ ਜਿਹੜੇ ਸੀ ਇਲਾਕੇ ਔਰ ਹੋਰ ਹਿੰਦੀ ਬੋਲਦੇ ਇਲਾਕੇ ਜਿਹੜੇ ਹੈ ਉਹ ਡਿਸਾਈਡਡ ਨਹੀਂ ਸੀ। ਇੱਕ ਮੋਹਾਲੀ ਔਰ ਖਰੜ ਕਿੰਨੇ ਕੁ ਹਿੰਦੀ ਬੋਲਣ ਵਾਲੇ ਇਲਾਕੇ ਨੇ ਮੈਨੂੰ ਤਾਂ ਸਮਝ ਨਹੀਂ ਹੈ। ਮੈਂ ਤਾਂ ਆਪ ਵਿੱਚ ਇੱਥੇ ਰਹਿੰਦਾ, ਮੈਨੂੰ ਤਾਂ ਹਿੰਦੀ ਬੋਲਣ ਵਾਲੇ ਜਿਹੜੇ ਬਾਹਰੋਂ ਕੋਈ ਲੇਬਰ ਕਰਨ ਆਉਂਦੇ ਨੇ ਦੂਸਰੀਆਂ ਸਟੇਟਸ 'ਚੋਂ ਉਹੀ ਬੋਲਦੇ ਨੇ, ਜਾਂ ਜਿਹੜੇ ਆਪਣੇ ਸਕੂਲ ਨੇ ਉਹਨਾਂ 'ਚ ਜਵਾਕਾਂ ਨੂੰ ਹਿੰਦੀ ਪੜ੍ਹਾਈ ਜਾਂਦੇ ਨੇ ਉਹ ਆ। ਪਰ ਆਮ ਤੌਰ ਦੇ ਉੱਤੇ ਲੋਕੀ ਜਿਹੜੀ ਹੈਗੀ ਆ ਪੰਜਾਬੀ ਉਹ ਬੋਲਣ ਵਾਲੇ ਆ। ਤੇ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਕੰਟੈਕਟ ਕਰਕੇ ਜਿਹੜੀ ਸਤਲੁਜ ਯਮੁਨਾ ਲਿੰਕ ਕਨਾਲ ਨਹੀਂ ਬਣੀ ਉਹ ਬਣੇ ਤੇ ਹਰਿਆਣੇ ਦਾ ਬਣਦਾ ਜਿਹੜਾ ਹਿੱਸਾ ਪਾਣੀ ਦਾ ਉਹ ਪਹੁੰਚਦਾ ਕੀਤਾ ਜਾਵੇ। ਜਿਹੜਾ ਹੰਸੀ ਵਾਲਾ ਜਿਹੜੀ ਇੱਕ ਕਨਾਲ ਬਣਾਉਣ ਦਾ ਪੰਜਾਬ ਨੇ ਸੁਪਰੀਮ ਕੋਰਟ 'ਚ ਕੇਸ ਕੀਤਾ ਹੈ, ਅਸੀਂ ਉਹ ਕਹਿੰਦੇ ਕੇਂਦਰ ਸਰਕਾਰ ਨੂੰ ਕਹਾਂਗੇ ਕਿ ਉਹ ਪੰਜਾਬ ਨੂੰ ਕਨਵਿੰਸ ਕਰੇ ਕਿ ਇਹ ਕੇਸ ਵੀ ਵਾਪਸ ਲਵੇ। ਸੋ ਇਹੋ ਜਿਹੀਆਂ ਗੱਲਾਂ ਉਹਨਾਂ ਨੇ ਕਾਫੀ ਕੀਤੀਆਂ ਨੇ। ਇਹਦੇ ਵਿੱਚ ਜਿਹੜੀ ਇੱਕ ਅਹਿਮ ਪਹਿਲੂ ਇੱਕ ਹੋਰ ਆ ਵਾਸੂ ਜੀ ਜਿਹੜਾ ਸਾਹਮਣੇ ਆ ਰਿਹਾ, ਜਿਹੜੀ ਹਾਲੇ ਦਬੀ ਹੋਈ ਆਵਾਜ਼ ਆ ਜੀ। ਬੇਸ਼ੱਕ ਪੰਜਾਬ 'ਚ ਆਮ ਆਦਮੀ ਪਾਰਟੀ ਔਰ ਹਰਿਆਣੇ 'ਚ BJP ਨੇ ਇਸ ਮੁੱਦੇ ਨੂੰ ਕਾਫੀ ਹਾਈਪ ਕੀਤਾ। ਦੋਨਾਂ ਨੂੰ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਰੀਜਨਲ ਸਰਕਾਰਾਂ ਜਿਹੜੀਆਂ ਬਾਕੀ ਓਪੋਜੀਸ਼ਨ ਪਾਰਟੀਜ਼ ਨੇ ਉਹਨਾਂ ਨੇ ਵੀ ਸਪੋਰਟ ਕੀਤਾ। ਹਰਿਆਣੇ 'ਚ ਕਾਂਗਰਸ ਨੇ BJP ਨੂੰ ਸਪੋਰਟ ਕੀਤਾ, ਪੰਜਾਬ 'ਚ ਕਾਂਗਰਸ ਨੇ ਆਪ ਨੂੰ ਸਪੋਰਟ ਕੀਤਾ। ਉਹ ਵੀ ਗੱਲ ਸਾਹਮਣੇ ਆਉਂਦੀ ਆ। ਪਰ ਜਿਸ ਤਰ੍ਹਾਂ ਭੁਪਿੰਦਰ ਸਿੰਘ ਹੁੱਡਾ ਜਾਂ ਸੁਨੀਲ ਜਾਖੜ ਜਾਂ ਹੋਰ ਕੁਝ ਲੋਕੀ ਨੇ ਉਹ ਇਸ ਗੱਲ ਦੇ ਉੱਤੇ ਤਾਂ ਜ਼ਰੂਰ ਗੱਲ ਕਰਦੇ ਨੇ ਕਿ ਜਿਹੜਾ ਇਹ ਹੁਣ ਮੁੱਦਾ ਚੱਕਣਾ ਇਹਦੇ ਨਾਲ ਜਿਹੜਾ ਕਿਸਾਨੀ ਅੰਦੋਲਨ ਵੇਲੇ ਪੰਜਾਬ ਤੇ ਹਰਿਆਣੇ ਦੇ ਵਿੱਚ ਇੱਕ ਭਾਈਚਾਰਕ ਸਾਂਝ ਸ਼ੁਰੂ ਹੋਈ ਸੀ ਉਸ ਨੂੰ ਬਹੁਤ ਵੱਡਾ ਉਹਨੂੰ ਕਹਿੰਦੇ ਲਾਂਬੂ ਲੱਗ ਰਿਹਾ ਤੇ ਉਹ ਜਿਹੜੀ ਸਾਂਝ ਸੀ ਉਹ ਬਹੁਤ ਕਾਰਗਰ ਸਿੱਧ ਹੋ ਰਹੀ ਸੀ। ਉਹਦੇ ਨਾਲ ਇੱਕ ਕੋਆਪਰੇਸ਼ਨ ਰੀਜਨਲ ਕੋਆਪਰੇਸ਼ਨ ਦੀ ਗੱਲ ਕਰਦੇ ਆ। ਮਾਹਰਾਂ ਨਾਲ ਮੈਂ ਗੱਲ ਕਰ ਰਿਹਾ ਸੀ ਵਾਸੂ ਜੀ। ਮਾਹਰ ਕਹਿੰਦੇ ਜੀ ਜਦੋਂ ਇਹ ਮੁੱਦਾ ਸ਼ੁਰੂ ਹੋਇਆ ਸੀ ਉਦੋਂ ਜਿਹੜੇ ਵਸੀਲੇ ਸੀਗੇ ਜਾਂ ਜਿਨ੍ਹਾਂ ਨੂੰ ਰਿਸੋਰਸਿਸ ਕਹਿੰਦੇ ਸੀ ਉਹਨਾਂ ਦੀ ਵੰਡ ਜ਼ਰੂਰੀ ਸੀ, ਕਿਉਂਕਿ ਮੰਨਿਆ ਜਾਂਦਾ ਸੀ ਕਿ ਜਿੰਨੇ ਤੁਹਾਡੇ ਰਿਸੋਰਸਿਸ ਹੋਣਗੇ ਓਨੀ ਤੁਹਾਡੀ ਤਰੱਕੀ ਹੋਊਗੀ। ਪਰ ਹੁਣ ਗੱਲ ਥੋੜੀ ਜਿਹੀ ਬਦਲ ਗਈ, ਕੌਮਾਂਤਰੀ ਲੈਵਲ ਤੇ ਬਦਲ ਗਈ। ਜਿਹੜੀ ਗਲੋਬਲਾਈਜੇਸ਼ਨ ਦਾ ਮਾਹੌਲ ਆਇਆ, ਹੁਣ ਮਾਰਕੀਟ ਇਕੋਨਮੀ ਹੈ। ਹੁਣ ਇਹ ਆ ਵੀ ਜਿਹੜੀ ਇਹ ਮਾਰਕੀਟ ਇਕੋਨਮੀ ਦੇ ਵਿੱਚ ਇਹ ਆਇਆ ਕਿ ਜਿਹੜਾ ਤੁਹਾਡੇ ਕੋਲੇ ਜਿਹੜੇ ਵੀ ਵਸੀਲੇ ਨੇ ਉਸ ਦੇ ਨਾਲ ਜੋ ਵੀ ਤੁਹਾਡੀ ਪੈਦਾਵਾਰ ਆ ਉਹਦੀ ਤੁਸੀਂ ਮਾਰਕੀਟਿੰਗ ਕਿਵੇਂ ਕਰਨੀ ਹੈ। ਸੋ ਹੁਣ ਚਾਹੇ ਜੇ ਪਾਣੀ ਵੱਧ ਮਿਲ ਜੇ, ਚਾਹੇ ਚੰਡੀਗੜ੍ਹ ਮਿਲ ਜੇ, ਇਹਦੇ ਨਾਲ ਜਿਹੜੀ ਤੁਸੀਂ ਚਾਹੇ ਖੇਤੀ ਤੁਹਾਡੀ ਐਗਰੀਕਲਚਰ ਪ੍ਰੋਡਿਊਸ ਆ, ਚਾਹੇ ਤੁਹਾਡੀ ਇੰਡਸਟਰੀਅਲ ਪ੍ਰੋਡਿਊਸ ਆ, ਚਾਹੇ ਉਹਦਾ ਮਾਰਕੀਟ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ। ਸੋ ਇਹ ਜਿਹੜੀ ਸੀਗੀ ਸਾਡਾ ਕਿਸਾਨੀ ਅੰਦੋਲਨ ਸੀ ਉਹਦੇ ਵਿੱਚ ਇਹ ਗੱਲ ਬਹੁਤ ਸਾਹਮਣੇ ਨਜ਼ਰ ਆ ਰਹੀ ਸੀ ਕਿ ਜਦ ਤੱਕ ਅਸੀਂ ਇੱਕ ਕੋਆਪਰੇਸ਼ਨ ਰੀਜਨਲ ਕੋਆਪਰੇਸ਼ਨ ਨਹੀਂ ਕਰਦੇ ਔਰ ਇਹ ਤੁਸੀਂ ਇਹ ਦੇਖੋ ਬੇਸ਼ੱਕ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੇ ਸ਼ੁਰੂ ਕੀਤਾ ਸੀ, ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਵੀ ਕਿਸਾਨ ਆ ਕੇ ਜੁੜੇ, ਰਾਜਸਥਾਨ ਦੇ ਕਿਸਾਨ, ਮੱਧ ਪ੍ਰਦੇਸ਼ ਦੇ ਕਿਸਾਨ ਆ ਕੇ ਜੁੜੇ ਔਰ ਫਿਰ ਹਿਮਾਚਲ ਦੇ ਕਿਸਾਨ ਆ ਕੇ ਜਿਹੜੇ ਹੈਗੇ ਬਾਗਬਾਨੀ ਜ਼ਿਆਦਾ ਕਰਦੇ ਆ। ਉਹਨਾਂ ਨੂੰ ਇਹ ਸੀ ਕਿ ਕਿਸਾਨਾਂ ਵਾਸਤੇ ਇੱਕ ਮਾਰਕੀਟਿੰਗ ਦਾ ਸਿਸਟਮ ਚਾਹੀਦਾ ਜਿਹਦੇ 'ਚ ਕੋਆਪਰੇਸ਼ਨ ਦੀ ਲੋੜ। ਸੋ ਉਹ ਜਿਹੜੀ ਅਸੀਂ ਪਹਿਲਾਂ ਵੀ ਗੱਲ ਕਰਦੇ ਸੀ ਕਿ ਜੋ ਮੁੱਦੇ
ਜੋ ਸਿਆਸਤ ਜਿਹੜੀ ਉਸ ਨੂੰ ਨਵਾਂ ਜਿਹੜੀ ਡਾਇਰੈਕਸ਼ਨ ਉਸ ਕਿਸਾਨੀ ਅੰਦੋਲਨ ਨੇ ਦਿੱਤਾ ਔਰ ਪੰਜਾਬ ਦੇ ਵਿੱਚ ਚੋਣਾਂ 'ਚ ਨਜ਼ਰ ਵੀ ਆਇਆ ਕਿ ਬਦਲਾਅ ਦੀ ਹਵਾ ਚੱਲੀ ਔਰ ਆਮ ਆਦਮੀ ਪਾਰਟੀ ਨੂੰ ਉਸ ਦੇ ਬਣਾ ਦੇ ਉਸ ਦੇ ਸਿੱਟੇ ਇੱਕ ਸਰਕਾਰ ਮਿਲੀ। ਇਹ ਜਿਹੜੀ ਰਵਾਇਤੀ ਸਾਡੀ ਸਿਆਸੀ ਪਾਰਟੀਆਂ ਨੇ ਇਹ ਭਾਈਚਾਰਕ ਸਾਂਝ ਇਹਨਾਂ ਨੂੰ ਖਟਕੇਗਾ ਔਰ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਦੀਆਂ ਵੋਟਾਂ ਉਦੋਂ ਪੱਕੀਆਂ ਹੁੰਦੀਆਂ ਜਦੋਂ ਧਰੂਵੀਕਰਨ ਪੋਲਰਾਈਜੇਸ਼ਨ ਹੋਵੇ। ਸੋ ਉਹ ਪ੍ਰੋਸੈਸ ਇਹਨਾਂ ਪੋਲੀਟੀਕਲ ਪਾਰਟੀਆਂ ਨੇ ਸਟਾਰਟ ਕਰ ਲਿਆ। ਬੇਸ਼ੱਕ ਇਹ ਗੱਲ ਜ਼ਰੂਰੀ ਹੈ ਕਿ ਦੋਨੋਂ ਪੰਜਾਬ ਤੇ ਹਰਿਆਣੇ ਨੂੰ ਰਾਜਧਾਨੀਆਂ ਚਾਹੀਦੀਆਂ ਨੇ। ਹਰਿਆਣੇ ਦਾ ਕੰਮ ਤਾਂ ਸਰੀ ਜਾਂਦਾ ਕਿਉਂਕਿ ਦਿੱਲੀ ਦੇ ਨਾਲ ਜਿਹੜੇ ਉਹਦੇ ਜ਼ਿਲ੍ਹੇ ਲੱਗਦੇ ਆ ਫਰੀਦਾਬਾਦ, ਸੋਨੀਪਤ, ਆਪਣਾ ਗੁੜਗਾਵਾਂ, ਉਹਨਾਂ ਨੂੰ ਉੱਥੋਂ ਫਾਇਦਾ ਹੋ ਜਾਂਦਾ। ਪੰਜਾਬ ਦੇ ਕੋਲੇ ਆਪਣੀ ਰਾਜਧਾਨੀ ਨਾ ਹੋਣ ਕਾਰਨ ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਦੱਸਿਆ ਸੀ ਕਿ ਇੱਕ ਫਾਈਨੈਂਸ਼ੀਅਲ ਇਕਨੋਮਿਕ ਡਰੇਨ ਹੋ ਰਿਹਾ ਔਰ ਉਹ ਸਾਰਾ ਰੋਕਣ ਦੀ ਇੱਕ ਲੋੜ ਜ਼ਰੂਰ ਹੈ। ਜੀ ਹੁਣ ਪੰਜਾਬ ਦੇ ਵਿੱਚ ਗੈਂਗ ਹਿੰਸਾ ਬਹੁਤ ਵਧੀ ਹੋਈ ਹੈ ਤੇ ਉਹਨੂੰ ਕੰਟਰੋਲ ਕਰਨ ਲਈ ਹੁਣ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਜਾਏਗਾ। ਇਹਦਾ ਕੀ ਵੇਰਵਾ ਜੀ? ਇਹ ਜੀ ਪਿੱਛੇ ਇਕੱਲਾ ਇਹਦੇ ਵਿੱਚ ਹੀ ਨਹੀਂ ਸੀਗਾ ਜਾਂ ਇਕੱਲਾ ਭਗਵੰਤ ਮਾਨ ਨੇ ਹੀ ਨਵਾਂ ਇਨੀਸ਼ੀਏਟਿਵ ਨਹੀਂ ਹੈ। ਪਿਛਲੀ ਸਰਕਾਰ ਵੇਲੇ ਵੀ ਇੱਕ ਬਣਿਆ ਸੀ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ, ਓਕੂ ਕਹਿੰਦੇ ਸੀ ਉਹਨੂੰ, ਔਰ ਉਹਦੇ ਕਈ ਜ਼ਿਲ੍ਹਿਆਂ ਦੇ ਵਿੱਚ ਦਫ਼ਤਰ ਵੀ ਸੀ ਔਰ ਉਹ ਕਾਰਵਾਈਆਂ ਵੀ ਕਰਦੇ ਸੀ। ਪਰ ਜਿਹੜੀ ਇਹ ਗੈਂਗ ਵਾਰ ਹੈ ਹੁਣ, ਜਿਸ ਤਰ੍ਹਾਂ ਆਪਾਂ ਪਿੱਛੇ ਜਿਹੜੇ ਸੀਗੇ ਕਬੱਡੀ ਪਲੇਅਰ ਸੰਦੀਪ ਦੀ ਜਿਹੜਾ ਹੈਗਾ ਕਤਲ ਦੀ ਗੱਲ ਕਰਦੇ ਆ, ਉਹ 'ਚ ਗੈਂਗ ਵਾਰ ਹੋਰ ਵੀ ਜਿਹੜੇ ਹੈਗੇ ਆ ਕੇ ਉਹਨਾਂ ਨੇ ਕਬੱਡੀ ਦੇ ਪਲੇਅਰਸ ਨੂੰ ਜਿਹੜਾ ਹੈਗਾ ਥ੍ਰੈਟਨ ਕੀਤਾ ਗੈਂਗਸਟਰਸ ਨੇ। ਸੋ ਫਿਰ ਜਿਹੜੇ ਹੈਗੇ ਆ ਪੰਜਾਬ ਦੇ ਜਿਹੜੇ ਸਟਾਰਸ ਨੇ, ਚਾਹੇ ਗਾਉਣ ਵਾਲੇ ਨੇ ਚਾਹੇ ਮੂਵੀ ਸਟਾਰਸ ਨੇ, ਉਹਨਾਂ ਨੂੰ ਵੀ ਥ੍ਰੈਟਸ ਆਉਂਦੀਆਂ ਰਹੇ। ਜਿਵੇਂ ਪਿੱਛੇ ਆਪਾਂ ਪਰਮੀਸ਼ ਵਰਮਾ ਨੂੰ ਵਗੈਰਾ ਉਸ 'ਤੇ ਹਮਲਾ ਹੋਇਆ ਸੀ, ਸਾਰਾ ਕੁਛ ਆਪਾਂ ਸਾਡੇ ਸਾਹਮਣੇ ਹੀ ਹੈ। ਆਮ ਆਦਮੀ ਪਾਰਟੀ ਨੇ ਆਪਣੇ ਪ੍ਰਚਾਰ ਦੇ ਵਿੱਚ ਕਿਹਾ ਸੀ ਕਿ ਅਸੀਂ ਲਾਅ ਐਂਡ ਆਰਡਰ ਸਿਚੁਏਸ਼ਨ ਜਿਹੜੀ ਹੈ ਉਸ ਨੂੰ ਇੰਪਰੂਵ ਕਰਾਂਗੇ। ਤੋ ਉਹਦੇ ਵਿੱਚ ਉਹਨੂੰ ਅੱਗੇ ਵਧਾਉਂਦੇ ਹੋਏ ਔਰ ਇਹਦੇ ਵਿੱਚ ਕੋਈ ਜ਼ਿਆਦਾ ਪੈਸਾ ਲਾਉਣ ਦੀ ਲੋੜ ਨਹੀਂ ਪੈਂਦੀ ਵਾਸੂ ਜੀ। ਜੇ ਤੁਸੀਂ ਇੱਕ ਸਿਕਿਉਰ ਮਾਹੌਲ ਪੈਦਾ ਕਰ ਦਿੰਦੇ ਹੋ ਸਟੇਟ ਦੇ ਵਿੱਚ, ਉਹਦੇ ਵਾਸਤੇ ਤੁਹਾਡੇ ਕੋਲ ਆਲਰੇਡੀ ਐਗਜ਼ਿਸਟਿੰਗ ਨਾਲੇ ਤਾਂ ਜਿਹੜੀ ਹੈਗੀ ਆ ਹਿਊਮਨ ਰਿਸੋਰਸ ਹੈਗੀ ਆ ਤੇ ਨਾਲੇ ਤੁਹਾਡੇ ਕੋਲ ਪੈਸੇ ਵੀ ਹੈਗੇ ਆ, ਸਾਰਾ ਕੁਝ ਇਨਫਰਾਸਟ੍ਰਕਚਰ ਲੌਜਿਸਟਿਕਸ ਆਲਰੇਡੀ ਹੈਗੇ ਆ, ਉਹਨਾਂ ਨੂੰ ਵਰਤਣਾ ਕਿਵੇਂ ਆ। ਸੋ ਭਗਵੰਤ ਮਾਨ ਉਹਨਾਂ ਨੇ ਕੱਲ ਜਿੰਨੇ ਵੀ ਉੱਚ ਅਧਿਕਾਰੀ ਨੇ ਪੰਜਾਬ ਪੁਲਿਸ ਦੇ ਉਹਨਾਂ ਨੂੰ ਬੁਲਾਇਆ ਤੇ ਇਹ ਜਿਹੜੀ ਲਾਅ ਐਂਡ ਆਰਡਰ ਸਿਚੁਏਸ਼ਨ ਆ ਜਿਹਦੇ ਬਾਰੇ ਅੱਗੇ ਜਾ ਕੇ ਵੀ ਅਗਲੇ ਸੈਗਮੈਂਟ 'ਚ ਵੀ ਗੱਲ ਕਰਦੇ ਆ, ਉਹਦੇ ਬਾਰੇ ਗੱਲ ਕੀਤੀ ਆ। ਤੇ ਇਹਦੇ 'ਚ ਇਹ ਮੰਨਿਆ ਗਿਆ ਕਿ ਇਸ ਵੇਲੇ ਪੁਲਿਸ ਨੇ ਚੀਫ ਮਿਨਿਸਟਰ ਨੂੰ ਦੱਸਿਆ ਕਿ ਇਸ ਵੇਲੇ 70 ਗੈਂਗ ਜਿਨ੍ਹਾਂ ਦੇ ਵਿੱਚ ਕੋਈ 500 ਮੈਂਬਰ ਨੇ ਉਹ ਐਕਟਿਵ ਨੇ। ਇਹਨਾਂ 500 ਮੈਂਬਰ ਦੇ ਵਿੱਚੋਂ 300 ਮੈਂਬਰ ਜਿਹੜੇ ਆ ਉਹ ਅਲੱਗ-ਅਲੱਗ ਜੇਲ੍ਹਾਂ 'ਚ ਨੇ, ਪਰ ਫਿਰ ਵੀ ਕਿਹਾ ਜਾਂਦਾ ਕਿ ਇਹ ਦਿੱਲੀ ਜਾਂ ਯੂਪੀ ਦੇ ਜਿਹੜੇ ਗੈਂਗਸ ਨੇ ਉਹਨਾਂ ਨਾਲ ਰਲ ਕੇ ਜਾਂ ਈਵਨ ਜਿਹੜੇ ਫੋਰਨ ਕੰਟਰੀਜ਼ ਦੇ ਵਿੱਚ ਸਪੈਸ਼ਲੀ ਕੈਨੇਡਾ, USA ਔਰ ਯੂਰਪ ਦੇ ਵਿੱਚ ਜਿਹੜੇ ਹੋਰ ਜਿਹੜੇ ਕ੍ਰਿਮੀਨਲ ਐਲੀਮੈਂਟਸ ਨੇ ਉਹਨਾਂ ਨਾਲ ਰਲ ਕੇ ਇਹ ਆਪਣਾ ਕਾਰੋਬਾਰ ਚਲਾ ਰਹੇ ਆ ਫਰੌਤੀਆਂ ਦਾ ਔਰ ਕਈ ਬਿਜ਼ਨੈਸਿਸ ਨੂੰ ਵੀ ਇਨਫਲੂਐਂਸ ਕਰਦੇ ਆ। ਸੋ ਇੱਕ ADGP ਲੈਵਲ ਦਾ ਜਿਹੜਾ ਆਫਿਸਰ ਹੋਏਗਾ ਉਹ ਬੜੀ ਜਲਦੀ ਚੁਣ ਲਿੱਤਾ ਜਾਏਗਾ ਜੋ ਇਸ ਨੂੰ ਟਾਸਕ ਫੋਰਸ ਨੂੰ ਹੈਡ ਕਰੇਗਾ ਔਰ ਜਿਹੜਾ ਇਹ ਆਰਗੇਨਾਈਜ਼ਡ ਜਿਹੜਾ ਆਪਾਂ ਪਹਿਲਾਂ ਕਹਿੰਦੇ ਸੀ ਕ੍ਰਾਈਮ ਕੰਟਰੋਲ ਯੂਨਿਟ ਆ ਓਕੂ, ਉਹਨੂੰ ਹੋਰ ਸਟਰੈਂਥਨ ਕਰਕੇ ਇਹਨੂੰ ਲਿਆਂਦਾ ਜਾਊਗਾ। ਸੋ ਜਿਹੜੀ ਇਹ ਸਾਰੀ ਦੀ ਸਾਰੀ ਇਹ ਗੱਲ ਆ, ਇਹ ਆਪਾਂ ਜਿਹੜੀ ਪੰਜਾਬ ਪੁਲਿਸ ਹੈ ਉਹਨਾਂ ਨੇ ਚੀਫ ਮਿਨਿਸਟਰ ਨੂੰ ਇਹ ਵੀ ਦੱਸਿਆ ਕਿ ਜਿਹੜੇ A ਕੈਟੇਗਰੀ ਦੇ ਗੈਂਗਸਟਰਸ ਨੇ ਉਹ ਹਟਾ ਦਿੱਤੇ ਗਏ, ਪਰ ਫਿਰ ਵੀ ਜਿਹੜਾ ਕੋਈ 3 ਤੋਂ 4 ਗੁਣਾ ਗੈਂਗਸਟਰ ਐਕਟੀਵਿਟੀ ਦੇ ਵਿੱਚ ਪਿਛਲੇ 5 ਤੋਂ 7 ਸਾਲਾਂ 'ਚ ਵਾਧਾ ਹੋਇਆ। ਔਰ ਵਾਸੂ ਜੀ ਜਿਹੜੀ ਇਹਦੇ 'ਚ ਸਭ ਤੋਂ ਚਿੰਤਾ ਵਾਲੀ ਇਸ਼ੂ ਆ, ਨਾਰਮਲੀ ਕ੍ਰਾਈਮ ਜਿਹੜਾ ਇਹੋ ਜਿਹਾ ਖੋਹ ਖਿੱਚ ਵਾਲਾ ਕ੍ਰਾਈਮ ਹੁੰਦਾ, ਇੱਕ ਤਾਂ ਜਿਹੜਾ ਖੋਹ ਖਿੱਚ ਵਾਲਾ ਕ੍ਰਾਈਮ ਆ, ਇੱਕ ਉਹ ਹੈ ਕਿ ਜਿਹੜਾ ਗੈਂਗਸਟਰਸ ਵਾਲਾ ਕ੍ਰਾਈਮ ਆ ਨਾ, ਗੈਂਗਸਟਰਸ ਵਾਲੇ ਕ੍ਰਾਈਮ ਦੇ ਵਿੱਚ ਗਰੀਬ ਘਰਾਂ 'ਚੋਂ ਨਹੀਂ ਹੈ, ਜਿਹੜੇ ਇਹਨਾਂ 'ਚ ਮੋਸਟਲੀ ਜਿਹੜੇ ਯੂਥ ਇਨਵੋਲਵ ਨੇ ਉਹ ਕਹਿੰਦੇ ਕਹਾਉਂਦੇ ਚੰਗੇ ਭਲੇ ਜਿਹਨੂੰ ਕਹਿੰਦੇ ਐਫਲੂਐਂਟ ਘਰਾਂ ਦੇ ਜਿਹੜੇ ਲੜਕੇ ਨੇ ਉਹ ਇਹਦੇ ਵਿੱਚ ਪਾਰਟਿਸਿਪੇਟ ਕਰਦੇ ਆ ਤਾਂ ਔਰ ਇਹਨਾਂ ਨੂੰ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਪੋਲੀਟੀਕਲ ਪੈਟਰਨੇਜ ਵੀ ਮਿਲਦੀ ਆ। ਸੋ ਇਹ ਇੱਕ ਚੈਲੰਜ ਹੈ ਜਿਹੜਾ ਆਮ ਆਦਮੀ ਪਾਰਟੀ ਦੇ ਸਾਹਮਣੇ ਆ, ਲਾਅ ਐਂਡ ਆਰਡਰ ਸਿਚੁਏਸ਼ਨ ਨੂੰ, ਗੈਂਗਸਟਰ ਜਿਹੜੀ ਗੈਂਗ ਵਾਰਸ ਨੇ ਉਹਨਾਂ ਨੂੰ ਰੋਕਣ ਦਾ ਔਰ ਲੋਕਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾਂਦਾ। ਜਿਹੜੀਆਂ ਸਟਰੀਟਸ ਨੇ ਪੰਜਾਬ ਦੀਆਂ, ਜਿਹੜੀਆਂ ਸੜਕਾਂ ਜਾਂ ਗਲੀਆਂ ਮਹੱਲੇ ਨੇ
ਉਹਨਾਂ ਨੂੰ ਸੇਫ ਬਣਾਉਣਾ ਜਿਹੜਾ ਹੈ ਇਹ ਸਰਕਾਰ ਦਾ ਇੱਕ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਇਹ ਪਹਿਲਾ ਸਟੈਪ ਹੈ। ਇਹ ਸਟੈਪ ਅੱਗੇ ਕਿੰਨਾ ਕਾਰਗਰ ਸਿੱਧ ਹੁੰਦਾ ਦੇਖਦੇ ਆਪਾਂ ਕੀ ਬਣਦਾ। ਜੀ ਪੰਦੇਰ ਸਾਹਿਬ, ਮੁਕਤਸਰ ਦੇ ਵਿੱਚ ਜਿਹੜੇ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਉਹਨਾਂ ਦੀਆਂ ਜ਼ਿਆਦਾਤਰ ਮੰਗਾਂ ਮਨਜ਼ੂਰ ਕਰ ਲਈਆਂ ਗਈਆਂ ਨੇ ਸਰਕਾਰ ਵੱਲੋਂ, ਤੇ ਹੁਣ ਇਹ ਵਿਰੋਧ ਪ੍ਰਦਰਸ਼ਨ ਖਤਮ ਹੋ ਗਿਆ ਜੀ। ਵਾਸੂ ਜੀ ਬਿਲਕੁਲ, ਜਿਹੜਾ ਭਗਵੰਤ ਮਾਨ ਸਰਕਾਰ ਬਣਨ ਤੋਂ ਬਾਅਦ ਜਿਹੜਾ ਪਹਿਲਾ ਕਿਸਾਨ ਅੰਦੋਲਨ ਸੀ ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮੁਕਤਸਰ 'ਚ ਸ਼ੁਰੂ ਕੀਤਾ ਸੀ, ਜਿਹਦੇ ਵਿੱਚ ਪਿਛਲੇ ਦਿਨੀ ਕਾਫੀ ਵਿਵਾਦ ਵੀ ਛਿੜਿਆ ਕਿ ਕਿਸਾਨਾਂ ਨੇ ਕੁਝ ਨਾਇਬ ਤਹਿਸੀਲਦਾਰ ਤੇ ਹੋਰ ਸਟਾਫ ਜਿਹੜਾ ਸੀ ਉਹਨਾਂ ਨੂੰ 12-13 ਲੋਕਾਂ ਨੂੰ ਬੰਦੀ ਬਣਾ ਲਿਆ ਸੀ। ਇਹ ਪੁਲਿਸ ਐਕਸ਼ਨ ਹੋਇਆ, ਲਾਠੀ ਚਾਰਜ ਹੋਇਆ ਔਰ ਉਹਨਾਂ ਨੂੰ ਨਾ ਹੀ ਛਡਾਇਆ ਗਿਆ, ਪਰ 7-8 ਜਿਹੜੇ ਸੀ ਕਿਸਾਨ ਉਹ ਜ਼ਖਮੀ ਵੀ ਹੋਏ ਔਰ ਕੁਝ ਪੁਲਿਸ ਵਾਲਿਆਂ ਨੇ ਵੀ ਵੱਜਿਆ। 25-30 ਲੋਕਾਂ ਦੇ ਉੱਤੇ ਕੇਸ ਦਰਜ ਹੋਇਆ। ਉਹ ਸਾਰਾ ਇੱਕ ਕੰਟਰੋਵਰਸੀ ਬਣੀ। ਇਹਦੇ ਵਿੱਚ ਕੱਲ ਜਿਹੜੀ ਸੀ ਟੋਟਲ ਜਿਹੜੀ ਲੀਡਰਸ਼ਿਪ ਹੈ ਏਕਤਾ ਉਗਰਾਹਾਂ ਦੀ, ਉਹਨਾਂ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਗੈਰਾ ਨੂੰ ਉਹਨਾਂ ਨੂੰ ਵੀ ਸੱਦਿਆ ਹੋਇਆ ਸੀ। ਸੋ ਖੁਦ ਏਕਤਾ ਉਗਰਾਹਾਂ ਦੇ ਜਿਹੜੇ ਪ੍ਰਧਾਨ ਨੇ ਜੋਗਿੰਦਰ ਸਿੰਘ ਉਗਰਾਹਾਂ, ਤੇ ਫਿਰ ਸੁਖਦੇਵ ਸਿੰਘ ਕੋਕਰੀ ਕਲਾਂ ਔਰ ਲਛਮਣ ਸਿੰਘ ਸੇਵੇਵਾਲ, ਉਹ ਦੇ ਨਾਲ ਇੱਕ ਡੈਲੀਗੇਸ਼ਨ ਜਿਹੜਾ ਸੀ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਦੀ ਜਿਹੜੀ ਸਰਕਾਰੀ ਰਿਹਾਇਸ਼ ਆ ਉੱਥੇ ਮਿਲਿਆ। ਇਹ ਕਾਫੀ ਮੀਟਿੰਗ ਚੱਲੀ ਔਰ ਉਹਦੇ ਵਿੱਚ ਬਾਅਦ 'ਚੋਂ ਇਹ ਕਿਹਾ ਗਿਆ ਕਿ ਜਿਹੜੀਆਂ ਸਾਰੀਆਂ ਮੰਗਾਂ ਸੀ ਜਿਨ੍ਹਾਂ ਦੇ ਵਿੱਚ ਇਹ ਸ਼ਾਮਲ ਸੀ ਕਿ ਸਰਕਾਰ ਜਿਹੜੀ ਹੈਗੀ ਆ ਕੋਈ 70,000 ਏਕੜ ਦੇ ਉੱਤੇ ਜਿਹੜੀ ਫਸਲ ਦਾ ਨੁਕਸਾਨ ਹੋਇਆ ਉਹਦਾ 5400 ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ਾ ਦੇਗੀ। ਇਸ ਤੋਂ ਇਲਾਵਾ ਜਿਹੜਾ ਹੈਗਾ ਜਿਹੜੀ ਸਰਕਾਰ ਆ 50 ਕਰੋੜ ਕਿਸਾਨਾਂ ਨੂੰ ਤੇ 5 ਕਰੋੜ ਖੇਤ ਮਜ਼ਦੂਰਾਂ ਨੂੰ ਉਹਨਾਂ ਨੂੰ ਮੁਆਵਜ਼ਾ ਦੇਗੀ ਜਿਨ੍ਹਾਂ ਦਾ ਗੁਲਾਬੀ ਸੁੰਡੀ ਦੇ ਨਾਲ ਨੁਕਸਾਨ ਹੋਇਆ। ਇਹਦੇ ਵਿੱਚ ਇਹ ਹੈ ਕਿ ਗੁਲਾਬੀ ਸੁੰਡੀ ਕਰਕੇ ਜਿਹੜੀ ਨਰਮੇ ਦੀ ਫਸਲ ਆ ਉਹਨੂੰ ਕਾਫੀ ਨੁਕਸਾਨ ਹੋਇਆ ਸੀ। ਉਹਦੇ ਨਾਲ ਪਹਿਲਾਂ ਤਾਂ ਸਿਰਫ ਕਿਸਾਨਾਂ ਨੂੰ ਮੁਆਵਜ਼ਾ ਮਿਲਦਾ ਸੀ, ਪਰ ਇਹ ਯੂਨੀਅਨ ਕਹਿੰਦੀ ਹੈ ਕਿ ਫਸਲ ਤਬਾਹ ਹੋਣ ਨਾਲ ਜਿਹੜੀ ਦਿਹਾੜੀ ਮਿਲਣੀ ਸੀ, ਜਿਹੜਾ ਚੋਗਦੇ ਨੇ ਆ ਕੇ ਜਿਹੜੀ ਲੇਬਰ ਲੱਗਦੀ ਹੈ ਚੋਗਣ ਨੂੰ, ਉਹਨਾਂ ਦਾ ਵੀ ਨੁਕਸਾਨ ਹੋਇਆ। ਸੋ ਉਹਨਾਂ ਨੂੰ ਵੀ ਕੰਪਨਸੇਸ਼ਨ ਦਾ ਪ੍ਰੋਗਰਾਮ ਹਾਰਿਆ। ਫਿਰ ਜਿਹੜੀ ਪਿੱਛੇ ਜੇ ਸੇਮ ਕਰਕੇ ਜਿਹੜਾ ਨੁਕਸਾਨ ਹੋ ਰਿਹਾ ਉਹ ਫਿਰ ਇੱਕ ਵਾਰੀ 3-4 ਮਹੀਨੇ ਪਹਿਲਾਂ ਗੜੇਮਾਰ ਹੋਈ ਸੀ, ਉਹਦੀ ਇੱਕ ਸਪੈਸ਼ਲ ਗਿਰਦਾਵਰੀ ਵੀ ਹੋਈ ਸੀ ਔਰ ਉਹਦੇ ਵਿੱਚ ਵੀ ਜਿਹੜਾ ਸੀ ਮੁਆਵਜ਼ਾ ਨਹੀਂ ਸੀ ਦਿੱਤਾ ਗਿਆ, ਜਿਹਦੇ ਕਾਰਨ ਇਹ ਮੁਕਤਸਰ ਦੇ ਵਿੱਚ ਜਾਂ ਲੰਬੀ ਦੇ ਇਲਾਕੇ ਦੇ ਵਿੱਚ, ਲੰਬੀ ਮੁਕਤਸਰ ਮਲੋਟ ਵਗੈਰਾ ਉਧਰਲੇ ਇਲਾਕੇ ਦੇ ਵਿੱਚ ਜਿਹੜਾ ਸੀ ਬਹੁਤ ਵੱਡਾ ਅਨਰੈਸਟ ਹੋਇਆ ਤੇ ਕਿਸਾਨਾਂ ਨੇ ਇਹਦਾ ਅੰਦੋਲਨ ਕੀਤਾ। ਸੋ ਇਹ ਕਾਫੀ ਗੱਲਾਂ ਮੰਨ ਲਈਆਂ ਇਹਨਾਂ ਚੋਂ ਮੋਸਟਲੀ। ਔਰ ਕਿਸਾਨਾਂ ਵੱਲੋਂ ਇਹ ਸੀ ਕਿ ਜੀ ਜਿਨ੍ਹਾਂ ਨੇ ਪੁਲਿਸ ਅਫਸਰ ਨੇ ਔਰ ਡੀਸੀ ਨੇ ਲਾਠੀ ਚਾਰਜ ਦੇ ਹੁਕਮ ਦਿੱਤੇ ਸੀ ਉਹਨਾਂ ਦੇ ਖਿਲਾਫ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ, ਹਟਾਇਆ ਜਾਵੇ। ਇਹਦੇ ਉੱਤੇ ਸਰਕਾਰ ਨੇ ਕਿਹਾ ਉਹ 'ਚ ਵਿਭਾਗ ਦੇ ਜਿਹੜੇ ਕਾਇਦਾ ਕਾਨੂੰਨ ਹੈਗਾ ਉਹਦੇ ਹਿਸਾਬ ਦੇ ਨਾਲ ਉਹਨਾਂ ਦਾ ਵਿਭਾਗੀ ਕਾਰਵਾਈ ਅਸੀਂ ਦੇਖ ਲੈਂਦੇ ਹਾਂ, ਉਹਦੀ ਇਨਕੁਆਇਰੀ ਕਰ ਲੈਂਦੇ ਹਾਂ, ਉਹ ਦੇਖ ਲਾਂਗੇ। ਪਰ ਕਿਸਾਨਾਂ ਨੇ ਜ਼ਿਆਦਾ ਉਹ 'ਤੇ ਪ੍ਰੈਸ ਵੀ ਨਹੀਂ ਕੀਤਾ। ਸੋ ਜਿਹੜਾ ਰਿਲੀਫ ਦੀ ਗੱਲ ਹੋਈ ਕਿ ਕਿਸਾਨਾਂ ਨੂੰ ਰਿਲੀਫ ਹੋ ਜੇ, ਉਹ ਮਿਲਣ ਦੇ ਨਾਲ ਜਿਹੜੀ ਸੀ ਕਾਫੀ ਜਿਹੜਾ ਗੁੱਸਾ ਸੀ ਉਹ ਢਹਿਲਾ ਹੋ ਗਿਆ ਤੇ ਕਿਸਾਨਾਂ ਨੇ ਇਹਨੂੰ ਸਸਪੈਂਡ ਕਰਤਾ, ਜਿਹੜਾ ਹੈਗਾ ਪੋਸਟਪੋਨ ਕੀਤਾ ਕਿ ਉਹ ਇੰਤਜ਼ਾਰ ਕਰਨਗੇ ਕਿ ਸਰਕਾਰ ਆਪਣੇ ਵਾਅਦੇ ਨੂੰ ਪੂਰਾ ਕਦੋਂ ਕਰਦੀ ਹੈ, ਕਿਉਂਕਿ ਸਰਕਾਰ ਨੇ ਭਗਵੰਤ ਮਾਨ ਦੇ ਚੀਫ ਮਿਨਿਸਟਰ ਬਣਨ ਤੋਂ 3 ਦਿਨਾਂ ਦੇ ਅੰਦਰ 100 ਕੁਛ ਕਰੋੜ ਰੁਪਏ ਦਾ ਮੁਆਵਜ਼ਾ ਤਾਂ ਪਹਿਲਾਂ ਹੀ ਰਿਲੀਜ਼ ਕਰ ਦਿੱਤਾ ਹੈਗਾ ਵੀ ਇਹ ਜਿਹੜੇ ਕਿਸਾਨਾਂ ਨੂੰ, ਕੁਝ ਲੋਕਾਂ ਨੂੰ ਕਿਸਾਨਾਂ ਨੂੰ ਮਿਲ ਗਿਆ, ਕੁਝ ਕਿਸਾਨਾਂ ਨੂੰ ਨਹੀਂ ਸੀ ਮਿਲਿਆ। ਸੋ ਸਰਕਾਰ ਨੇ ਇਹ ਪੂਰਾ ਵਾਅਦਾ ਕੀਤਾ ਕਿ ਸਾਰਿਆਂ ਨੂੰ ਮੁਆਵਜ਼ਾ ਮਿਲੇਗਾ। ਸੋ ਇਹ ਸੀ। ਇਹਦੇ ਨਾਲ ਇੱਕ ਹੋਰ ਪ੍ਰੋਟੈਸਟ ਵੀ ਚੱਲ ਰਿਹਾ ਸੀ ਵਾਸੂ ਜੀ, ਉਹ ਸੀਗੇ ਜੀ ਜਿਹੜੇ ਰੈਵਨਿਊ ਅਫਸਰ ਨੇ, ਜਿਸ ਨੂੰ ਆਪਾਂ ਡਿਸਟ੍ਰਿਕਟ ਰੈਵਨਿਊ ਅਫਸਰ ਆਉਂਦੇ ਨੇ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਪਟਵਾਰੀ, ਕਾਨੂੰਗੋ ਵਗੈਰਾ ਸਾਰੇ ਦੇ ਸਾਰੇ ਉਹ ਵਿੱਚ ਆਉਂਦੇ ਨੇ, ਇਹਨਾਂ ਦੇ ਕਲੈਰੀਕਲ ਸਟਾਫ ਨੇ। ਉਹਨਾਂ ਨੇ ਵੀ ਜਿੱਦਣ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਜਿਹੜੇ ਸੀਗੇ ਜੀ ਸਾਥੀਆਂ ਨੂੰ ਉੱਥੇ ਬੰਦਕ ਬਣਾ ਲਿਆ, ਉਹਨਾਂ ਨੇ ਵੀ ਸਾਰੇ ਡਿਸਟ੍ਰਿਕਟ ਹੈਡਕੁਆਟਰ ਦੇ ਉੱਤੇ ਆਪਣਾ ਪ੍ਰਦਰਸ਼ਨ ਕੀਤੇ। ਉਹਨਾਂ ਦੀ ਵੀ ਮੀਟਿੰਗ ਹੋਈ ਔਰ ਉਸ ਮੀਟਿੰਗ ਦੇ ਵਿੱਚ ਵੀ ਜਿਹੜੇ ਮੰਤਰੀ ਨੇ ਆਪਣੇ ਰੈਵਨਿਊ ਵਾਸਤੇ ਬ੍ਰਹਮ ਸ਼ੰਕਰ ਜਿੰਪਾ, ਉਹਨਾਂ ਦੇ ਨਾਲ ਮੁਲਾਕਾਤ ਹੋਈ ਤੇ ਉਹਨਾਂ ਦੀਆਂ ਡਿਮਾਂਡ ਸੀਗੀਆਂ। ਪਰ ਇਹ ਜਿਹੜੀਆਂ ਡਿਮਾਂਡਸ ਨੇ ਵਾਸੂ ਜੀ, ਇਹਦੇ 'ਚ ਕਈ ਹੈਰਾਨੀਜਨਕ ਡਿਮਾਂਡਸ ਨੇ। ਉਹਦੇ 'ਚ ਉਹ ਗੱਲ ਕੀਤੀ ਹੈ ਕਿ ਪੰਜਾਬ ਨੂੰ ਕੋਈ
ਸਮਝ ਲਓ 4800 ਕਹਿੰਦੇ ਨੇ 5000 ਪਟਵਾਰੀਆਂ ਦੀ ਲੋੜ ਹੈ। ਇਹਨਾਂ ਚੋਂ 3000 ਅਸਾਮੀਆਂ ਖਾਲੀ ਪਈਆਂ ਨੇ। ਔਰ ਫਿਰ ਜਿਹੜੇ ਪਟਵਾਰੀ ਨੇ ਆਪਣਾ ਕੰਮ ਕਰਾਉਣ ਵਾਸਤੇ ਪ੍ਰਾਈਵੇਟ ਲੋਕਾਂ ਨੂੰ ਹਾਇਰ ਕਰਦੇ ਨੇ ਆਪਣੇ ਲੈਵਲ ਤੇ, ਨਹੀਂ ਤਾਂ ਕੰਮ ਦਾ ਜਿਹੜਾ ਬੈਕਲੌਗ ਆ ਉਹ ਵੱਧ ਜਾਂਦਾ। ਉਹਨਾਂ ਦੀਆਂ ਪੇਮੈਂਟਸ ਉਹ ਕਹਿੰਦੇ ਜਾਂ ਤਾਂ ਜੀ ਇਹ ਜਿਹੜੇ ਅਸਿਸਟੈਂਟ ਨਾਇਬ ਪਟਵਾਰੀ ਰੱਖਣ ਦੀ ਤੁਸੀਂ ਖੋਲੋ, ਜਾਂ ਜਿਹੜਾ ਪ੍ਰੋਪਰ ਪ੍ਰੋਸੈਸ ਆ ਉਹ ਜਿਹੜੀਆਂ ਅਸਾਮੀਆਂ ਨੇ ਉਹ ਭਰੋ, ਤਾਂ ਕਿ ਜਿਹੜਾ ਬੈਕਲੌਗ ਆ ਉਹ ਖਤਮ ਹੋਵੇ। ਕਿਉਂਕਿ ਗਰਦੌਰੀਆਂ ਦਾ ਪਟਵਾਰੀਆਂ ਨੇ ਕਰਨੀਆਂ, ਜੇ ਤੁਹਾਡੀਆਂ 3000 ਪੋਸਟਾਂ ਹੀ ਖਾਲੀ ਪਈਆਂ ਨੇ ਤੇ ਕੰਮ ਕਦੋਂ ਹੋਣਾ, ਤੇ ਤਾਂ ਹੀ ਫਿਰ ਅਨਰੈਸਟ ਹੁੰਦਾ। ਫਿਰ ਤਹਿਸੀਲਦਾਰਾਂ ਨੇ ਜਿਹੜੀ ਗੱਲ ਕੀਤੀ ਜੀ ਉਹ ਤਾਂ ਬੜੀ ਹੈਰਾਨੀਜਨਕ ਹੈ। ਤਹਿਸੀਲਦਾਰਾਂ ਨੇ ਇਹ ਕਿਹਾ ਜੀ ਕਿ ਉਹਨਾਂ ਕੋਲੇ ਵਹੀਕਲ ਹੈ ਨਹੀਂ, ਉਹਨਾਂ ਦੇ ਕੋਲੇ ਪਤਾ ਨਹੀਂ ਸ਼ਾਇਦ 14-15 ਵਹੀਕਲ ਨੇ ਸਾਰਿਆਂ ਦੇ ਕੋਲੇ, ਜਿਹਦੇ ਨਾਲ ਉਹਨਾਂ ਨੂੰ ਵਗਾਰਾਂ ਬਹੁਤ ਪੈਂਦੀਆਂ ਨੇ। ਕਦੇ ਇੱਕ ਤਾਂ ਕਈ ਵਾਰੀ ਆਫੀਸ਼ੀਅਲ ਡਿਊਟੀ ਹੁੰਦੀ ਆ, ਚੰਡੀਗੜ੍ਹ ਤੋਂ ਹੁਕਮ ਚੱਲਦਾ ਡੀਸੀ ਨੂੰ, ਡੀਸੀ ਤੋਂ ਜਾਂਦਾ ਜੀ ਐਸਡੀਐਮ ਨੂੰ, ਐਸਡੀਐਮ ਦਾ ਫਿਰ ਤਹਿਸੀਲਦਾਰ ਨੂੰ ਚਲਾ ਜਾਂਦਾ ਕਿ ਜੀ ਆ ਫਲਾਨੀ ਥਾਂ ਤੇ ਜਾਓ ਜੀ, ਆਪ ਜਾਓ ਜੀ। ਪਰ ਉਹਨਾਂ ਕੋਲ ਗੱਡੀਆਂ ਹੈ ਨਹੀਂ। ਉਹ ਕਹਿੰਦੇ ਜੀ 40-50 ਕਈ ਵਾਰੀ ਇਦੋਂ ਵੀ ਜ਼ਿਆਦਾ ਹਜ਼ਾਰ ਦਾ ਤਾਂ ਤੇਲ ਫੁੱਕ ਜਾਂਦਾ ਸਰਕਾਰੀ ਡਿਊਟੀਆਂ ਨਿਭਾਉਣ ਵਾਸਤੇ, ਔਰ ਜੋ ਆਪਣੀਆਂ ਜੇਬ ਚੋਂ ਖਰਚਦੇ ਆ। ਫਿਰ ਵਗਾਰਾਂ ਪੈਂਦੀਆਂ ਨੇ ਜਦੋਂ ਮੰਤਰੀ, VIP ਜਾਂ ਈਵਨ ਡੀਸੀ ਖੁਦ ਜਦੋਂ ਉਹ ਉੱਥੇ ਵਿਜ਼ਿਟ ਕਰਦੇ ਨੇ। ਫਿਰ ਕਈ ਵਾਰੀ ਉੱਥੇ ਜਿਹੜਾ ਕੋਈ, ਕਿਉਂਕਿ ਇਹਨਾਂ ਵਾਸਤੇ ਡੈਡੀਕੇਟਿਡ ਕੋਈ ਇਹ ਤਾਂ ਹੈ ਨਹੀਂਗਾ ਜਿਹਨੂੰ ਕਹਿ ਸਕਦੇ ਹੋ ਡੈਡੀਕੇਟਿਡ ਕੋਈ ਵੀ ਫੰਡ ਨਹੀਂ ਹੈ ਜਿਹੜਾ ਜਾਂ ਜਿਹੜੇ ਅਵੇਲੇਬਲ ਹੋਣ। ਸੋ ਤਹਿਸੀਲਦਾਰਾਂ ਤੇ ਵਗਾਰ ਪੈਂਦੀ ਹੈ ਸਾਰੀ ਦੀ ਸਾਰੀ। ਉਹ ਕਹਿੰਦੇ ਜੀ ਫਿਰ ਉਹਦੇ ਚੋਂ ਹੀ ਰਿਸ਼ਵਤ ਦਾ ਕੰਮ ਸ਼ੁਰੂ ਹੁੰਦਾ। ਉਹ ਕਹਿੰਦੇ ਜੀ ਇਹਦਾ ਵੀ ਨਿਪਟਾਰਾ, ਉਹਨਾਂ ਨੇ ਕਿਹਾ, ਮੰਤਰੀ ਨੂੰ ਵੀ ਕਿਹਾ ਤੇ CM ਨੂੰ ਵੀ ਕਿਹਾ ਵੀ ਇਹਦਾ ਨਿਪਟਾਰਾ ਕਰੋ। ਵਾਸੂ ਜੀ, ਇਸ ਤੋਂ ਇਲਾਵਾ ਜਿਹੜੀ ਕਰਪਸ਼ਨ ਦੇ ਖਿਲਾਫ ਡਰਾਈਵ ਆ, ਇਹਦੇ 'ਚ ਉਹਨਾਂ ਨੇ ਕਿਹਾ ਅਸੀਂ ਸਰਕਾਰ ਨੂੰ ਕੋਆਪਰੇਟ ਕਰਾਂਗੇ, ਕਰਨਾ ਚਾਹੁੰਦੇ ਹਾਂ, ਕਿਉਂਕਿ ਸਰਕਾਰ ਬਣਾਉਣ ਦੇ ਵਿੱਚ ਸਾਡਾ ਵੀ ਯੋਗਦਾਨ ਰਿਹਾ, ਅਸੀਂ ਸਪੋਰਟ ਕੀਤੀ ਹੈ। ਇਹੀ ਹਾਲ ਸਾਡੀਆਂ ਪੁਲਿਸ ਜਿਹੜੇ ਥਾਣੇਦਾਰਾਂ ਦਾ ਵੀ ਆ, ਉਹ ਵੀ ਇਹੀ ਕਹਿੰਦੇ ਨੇ ਕਿ ਇਹ ਤੇ ਵਗਾਰਾਂ ਬੜੀਆਂ ਪੈਂਦੀਆਂ ਨੇ, ਕਿਉਂਕਿ ਇੱਕ ਲੈਵਲ ਦੇ ਉੱਤੇ ਥੱਲੇ ਫੰਡ ਅਵੇਲੇਬਲ ਨਹੀਂ ਹੁੰਦਾ ਤੁਸੀਂ ਕਿਤੇ। ਸੋ ਇਹ ਚਾਹੇ ਥਾਣੇਦਾਰ ਹੋਵੇ ਚਾਹੇ ਤਹਿਸੀਲਦਾਰ ਹੋਵੇ, ਉਹਨਾਂ ਨੂੰ ਵਗਾਰਾਂ ਪੈਂਦੀਆਂ ਨੇ ਤਾਂ ਫਿਰ ਉਹ ਲੋਕਾਂ ਕੋਲੋਂ ਆਪਣੇ ਖਰਚੇ ਪੂਰੇ ਕਰਦੇ ਨੇ। ਫਿਰ ਗੱਲ ਇਹ ਹੁੰਦੀ ਹੈ ਜੇ 5000 ਦਾ ਖਰਚਾ ਵਾ, ਫਿਰ ਉਹ 10-15 ਹਜ਼ਾਰ ਇਕੱਠਾ ਕਰਦੇ ਨੇ ਤਾਂ ਕਿ ਕੁਝ ਆਪਣੀ ਜੇਬ 'ਚ ਪਾ ਲੈਂਦੇ ਨੇ ਤੇ ਅਗਲੀ ਵਗਾਰ ਵਾਸਤੇ ਵੀ ਤਿਆਰੀ ਕਰਦੇ ਆ। ਸੋ ਇਹ ਜਿਹੜਾ ਵਗਾਰ ਦਾ ਸਿਸਟਮ ਹੈ, ਜਿਹੜਾ ਸਰਕਾਰ ਦੇ ਫੰਕਸ਼ਨਿੰਗ ਦਾ ਇੱਕ ਹਿੱਸਾ ਹੀ ਆ, ਉਹਨੂੰ ਜਿਹੜੀ ਹੈਗੀ ਆ ਉਹ ਉੱਭਰ ਕੇ ਸਾਹਮਣੇ ਆਇਆ। ਇਹ ਸਰਕਾਰ ਜਿਹੜੀ ਕਹਿੰਦੀ ਹੈ ਜੀ ਅਸੀਂ ਕਰਪਸ਼ਨ ਹਟਾ ਦੇਵਾਂਗੇ, ਔਰ ਗੁਜਰਾਤ 'ਚ ਵਾਸੂ ਜੀ ਬੜੀ ਹਾਸੇ ਵਾਲੀ ਗੱਲ ਹੋਈ ਕਿ 10 ਦਿਨਾਂ 'ਚ ਜਾ ਕੇ ਉਹਨਾਂ ਨੇ ਕਹਿ ਦਿੱਤਾ ਕਿ 10 ਦਿਨਾਂ 'ਚ ਤਾਂ ਅਸੀਂ ਗੁਜਰਾਤ 'ਚ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਨੇ ਆਪਣੇ ਫੇਰੇ ਦੌਰਾਨ ਕਿਹਾ ਕਿ ਅਸੀਂ 10 ਦਿਨਾਂ 'ਚ ਪੰਜਾਬ 'ਚ ਕਰਪਸ਼ਨ ਖਤਮ ਕਰਤੀ। ਬੇਸ਼ੱਕ ਜਿਹੜੀ ਰਿਪੋਰਟ ਆ ਰਹੀ ਹੈ ਕਿ ਕਰਪਸ਼ਨ ਥੋੜੀ ਜੀ ਉਹਦੀ ਸਪੀਡ ਘਟੀ ਹੈ ਜੀ, ਪਰ ਇਹਦੀ ਪੂਰੀ ਜਿਹੜੀ ਹੈਗੀ ਸਕਸੈਸ ਵਾਸਤੇ ਆ ਜਿਹੜੇ ਤਹਿਸੀਲਦਾਰਾਂ ਤੇ ਥਾਣੇਦਾਰਾਂ ਨੇ ਗੱਲਾਂ ਕੀਤੀਆਂ ਨੇ, ਇਹਨਾਂ ਦਾ ਕੀ ਇਲਾਜ ਕਰੂਗੀ ਸਰਕਾਰ। ਜਦ ਤੱਕ ਇਹ ਨਹੀਂ ਹੁੰਦਾ ਤਾਂ ਉਦੋਂ ਤੱਕ ਸਰਕਾਰ ਦੀ ਜਿਹੜੀ ਹੈਗੀ ਆ ਕੋਈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਜਿਹੜੀ ਹੈਗੀ ਆ ਸਿਰੇ ਨਹੀਂ ਚੜ੍ਹ ਸਕਦੀ ਜੀ। ਪੰਦੇਰ ਸਾਹਿਬ, ਹੁਣ ਬਿਕਰਮ ਮਜੀਠੀਆ ਕਹਿ ਰਹੇ ਨੇ ਕਿ ਪਟਿਆਲਾ ਸੈਂਟਰਲ ਜੇਲ੍ਹ ਦੇ ਵਿੱਚ ਉਹਨਾਂ ਦੀ ਜਾਨ ਨੂੰ ਖਤਰਾ ਹੈ ਤੇ ਉਹਨਾਂ ਨੇ ਕੋਰਟ ਤੋਂ ਮੰਗ ਕੀਤੀ ਹੈ ਵੀ ਉਹਨਾਂ ਨੂੰ ਸਿਕਿਉਰਿਟੀ ਪ੍ਰਦਾਨ ਕੀਤੀ ਜਾਏ। ਵਾਸੂ ਜੀ, ਬਿਕਰਮ ਮਜੀਠੀਆ ਦੀਆਂ ਪ੍ਰੋਬਲਮ ਵਧ ਰਹੀਆਂ ਨੇ। ਬਿਕਰਮ ਮਜੀਠੀਆ ਨੂੰ ਕੱਲ ਜਿਹਨੂੰ ਵਰਚੁਅਲੀ, ਜਿਹਨੂੰ ਕਹਿੰਦੇ ਆ ਵੀਡੀਓ ਕਾਨਫਰੰਸ ਦੇ ਰਾਹੀਂ ਮੋਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਆਪਣੇ ਪਿਛਲੇ ਮਹੀਨੇ ਦੀ ਤੁਸੀਂ ਇਹ ਕਹਿ ਸਕਦੇ ਹੋ 24 ਤਰੀਕ ਤੋਂ ਵੀ ਪਹਿਲਾਂ ਦੇ ਫਰਵਰੀ 24 ਮਹੀਨੇ ਤੋਂ ਉੱਤੇ ਹੋ ਗਿਆ। ਫਰਵਰੀ 24 ਫਰਵਰੀ ਤੋਂ ਉਹ ਪਟਿਆਲਾ ਜੇਲ੍ਹ 'ਚ ਬੰਦ ਨੇ ਜੀ, ਤੇ ਉਹਨੂੰ ਕਿਉਂਕਿ ਉਹਦੇ ਤੇ ਕੇਸ ਚੱਲ ਰਿਹਾ ਨਸ਼ੇ ਤਸਕਰੀ ਦਾ ਜੀ, ਜਿਹੜਾ ਕਾਫੀ ਦੇਰ ਦਾ। ਔਰ ਪਹਿਲਾਂ ਮੇਰਾ ਖਿਆਲ ਸੰਗਰੂਰ ਜੇਲ੍ਹ ਭੇਜਿਆ ਗਿਆ ਸੀ, ਉੱਥੇ ਕਹਿੰਦੇ ਸੀ ਵੀ ਸਿਕਿਉਰਿਟੀ ਦੇ ਪੂਰੇ ਇੰਤਜ਼ਾਮ ਨਹੀਂ, ਫਿਰ ਉਹਨਾਂ ਨੂੰ ਪਟਿਆਲਾ ਸੈਂਟਰਲ ਜੇਲ੍ਹ ਟ੍ਰਾਂਸਫਰ ਕੀਤਾ ਗਿਆ। ਹਾਂਜੀ, ਫਿਰ ਪਟਿਆਲੇ ਦੇ ਵਿੱਚ ਪਿੱਛੇ ਜੇ ਜੇਲ੍ਹ ਮੰਤਰੀ ਨੇ ਜਿਹੜੇ ਸੀਗੇ ਉਹਨਾਂ ਨੇ ਵਿਜ਼ਿਟ ਕੀਤਾ ਤੇ ਇਹ ਕਿਹਾ ਇਹਨੂੰ VIP ਟ੍ਰੀਟਮੈਂਟ ਕਿਉਂ ਦਿੱਤਾ ਜਾ ਰਿਹਾ, ਤੇ ਨਾਰਮਲ ਬੈਰਕ ਦੇ ਵਿੱਚ ਬਾਕੀ ਕੈਦੀਆਂ ਦੇ ਨਾਲ ਬੰਦ ਕੀਤਾ, ਅੰਡਰ ਟ੍ਰਾਇਲ ਦੇ ਨਾਲ ਕੀਤਾ। ਉੱਥੇ ਵੀ ਉਹ ਕਹਿੰਦੇ ਜੀ ਸ਼ਾਇਦ ਪ੍ਰੋਬਲਮ ਹੈ। ਤੇ ਫਿਰ ਇਹ ਕੀਤਾ ਗਿਆ ਕਿ ਪਹਿਲਾਂ ਤਾਂ ਇੱਕ ਜਿਹੜਾ ਉੱਥੇ ਅਹਾਤਾ ਵਾ ਜਿਹਦੇ 'ਚ ਪੁਰਾਣੀ ਜੇਲ੍ਹ ਹੈ,
ਜਿਨ੍ਹਾਂ ਨੂੰ ਸਜ਼ਾ ਮੌਤ ਹੋਣੀ ਹੁੰਦੀ ਸੀ ਉਹਦੇ ਵਿੱਚ ਸ਼ਿਫਟ ਕੀਤਾ ਗਿਆ। ਫਿਰ ਜਦੋਂ ਲੱਗਿਆ ਵੀ ਇਹ ਠੀਕ ਨਹੀਂ ਹੈ, ਫਿਰ ਦੂਸਰੀ ਇੱਕ ਚੱਕੀ ਆ ਉਹਦੇ 'ਚ ਭੇਜ ਦਿੱਤਾ ਗਿਆ ਉਹਨਾਂ ਦੇ ਸਿਕਿਉਰਿਟੀ ਕੰਸਰਨ, ਔਰ ਉਹ ਚੱਕੀ ਦੇ ਵਿੱਚ ਉਹ ਨੇ ਜਿਹੜੇ ਮੁਜਰਮ ਜੇਲ੍ਹ ਦੇ ਵਿੱਚ ਮੁਸੀਬਤ ਬਣ ਜਾਂਦੇ ਨੇ ਉਹਨਾਂ ਨੂੰ ਆਈਸੋਲੇਟ ਕੀਤਾ ਜਾਂਦਾ। ਸੋ ਬਿਕਰਮ ਮਜੀਠੀਆ ਨੇ ਇਹ ਕਿਉਂਕਿ ਜ਼ੈਡ ਸਿਕਿਉਰਿਟੀ ਦਾ ਜਿਹੜਾ ਪ੍ਰੋਟੋਕਾਲ ਹੈਗਾ ਉਹ ਮੰਨਣਾ ਪਊਗਾ। ਆਪਣੇ ਜਿਹੜਾ ਹੈਗਾ ਸਿਰਸੇ ਵਾਲਾ ਸਾਧ ਹੈ ਜੀ ਰਾਮ ਰਹੀਮ, ਉਹਦੇ ਵੀ ਤਾਂ ਉਹਨੂੰ ਵੀ ਸਪੈਸ਼ਲ ਜਿਹੜਾ ਹੈਗੇ ਅਰੇਂਜਮੈਂਟਸ ਕੀਤੇ ਜਾਂਦੇ ਆ। ਤੋਂ ਇਹਨਾਂ ਦੇ ਜਿਹੜੇ ਵਕੀਲ ਨੇ ਅਰਸ਼ਦੀਪ ਕਲੇਰ, ਉਹਨਾਂ ਨੇ ਕਿਹਾ ਕਿ ਕੋਰਟ ਨੂੰ ਦੱਸਿਆ ਕਿ ਕੁਝ ਖਾਲਿਸਤਾਨੀ ਮਿਲੀਟੈਂਟ ਨੇ ਔਰ ਕੁਝ ਗੈਂਗਸਟਰਸ ਨੇ ਜਿਹੜੇ ਪਟਿਆਲਾ ਜੇਲ੍ਹ 'ਚ ਬੰਦ ਨੇ ਔਰ ਬੈਰਕਸ ਦੇ ਵਿੱਚ ਹੈਗੇ ਆ, ਉਹਨਾਂ ਤੋਂ ਖਤਰਾ ਬਿਕਰਮ ਮਜੀਠੀਆ ਨੂੰ, ਕਿਉਂਕਿ ਬਤੌਰ ਮਿਨਿਸਟਰ ਜਾਂ MLA ਜਾਂ ਪੋਲੀਟੀਕਲ ਲੀਡਰ ਜਿਹੜੀਆਂ ਹੈਗੀਆਂ ਕੁਝ ਰੰਜਿਸ਼ਾਂ ਹੁੰਦੀਆਂ ਨੇ ਜਿਹਦੇ ਕਰਕੇ ਇਹ ਹੋ ਸਕਦਾ। ਕੋਰਟ ਨੇ ਅੱਜ ਹੁਣ ਸਾਡਾ ਦਿਨ ਚੜ੍ਹ ਗਿਆ, ਅੱਜ ਇਸ ਦੀ ਸੁਣਵਾਈ ਕਰਨੀ ਹੈ। ਦੂਜੇ ਪਾਸੇ ਬਿਕਰਮ ਮਜੀਠੀਆ ਨੇ ਸੁਪਰੀਮ ਕੋਰਟ ਨੂੰ ਅਪਰੋਚ ਕੀਤਾ ਸੀ ਕਿ ਜਿਹੜਾ ਇਹ ਕੇਸ ਹੈ ਖਾਰਿਜ ਕੀਤਾ ਜਾਵੇ। ਸੁਪਰੀਮ ਕੋਰਟ ਨੇ ਉਹਨਾਂ ਦੀ ਅਰਜ਼ੀ ਮਨਜ਼ੂਰ ਕਰਦੇ ਹੋਏ ਇਸ ਕੇਸ ਨੂੰ 11 ਤਰੀਕ ਤੱਕ ਸਥਗਿਤ ਕਰਤਾ ਸੀ। ਹੁਣ 11 ਤਰੀਕ ਨੂੰ ਉਹਦੀ ਸੁਣਵਾਈ ਹੋਣੀ ਹੈ। ਬਿਕਰਮ ਮਜੀਠੀਆ ਦੇ ਵਕੀਲਾਂ ਨੇ ਹਾਲੇ ਤੱਕ ਹਾਈ ਕੋਰਟ ਦੇ ਵਿੱਚ ਜ਼ਮਾਨਤ ਦੀ ਅਰਜ਼ੀ ਨਹੀਂ ਲਾਈ, ਕਿਉਂਕਿ ਜਿਹੜੀ ਜ਼ਮਾਨਤ ਪਹਿਲਾਂ ਅਰਜ਼ੀਆਂ ਲਾਈਆਂ ਸੀ ਲੋਅਰ ਕੋਰਟ ਦੇ ਵਿੱਚ, ਜਿਹੜੀ ਮੋਹਾਲੀ ਵਾਲੀ ਕੋਰਟ ਆ, ਉਹਨਾਂ ਨੇ ਰਿਜੈਕਟ ਕਰਤੀਆਂ ਸੀ। ਸੋ ਜਿਹੜਾ ਇਹ ਰੇੜਕਾ ਵਾ ਉਹ ਫਸ ਰਿਹਾ। ਮੈਂ ਕਾਨੂੰਨੀ ਮਾਹਰਾਂ ਨਾਲ ਮੇਰੀ ਆਪਣੀ ਗੱਲ ਹੋ ਰਹੀ ਸੀ, ਉਹ ਕਹਿ ਰਹੇ ਜਿਹੜੀਆਂ ਧਾਰਾਵਾਂ ਲੱਗੀਆਂ ਹੋਈਆਂ ਨੇ ਬਿਕਰਮ ਮਜੀਠੀਆ ਦੇ ਉੱਤੇ, ਉਹਦੇ ਵਿੱਚ ਲੋਕਲ ਅਦਾਲਤਾਂ ਤੋਂ ਉਹਨਾਂ ਨੂੰ ਕੋਈ ਰਾਹਤ ਮਿਲਣੀ ਬੜੀ ਮੁਸ਼ਕਲ ਆ। ਬੜਾ ਪੁਖਤਾ ਜਿਹੜਾ ਹੈਗਾ ਕੇਸ ਸਿਧਾਰਥ ਚਟੋਪਾਧਿਆਏ ਨੇ ਬਣਾਇਆ, ਉਹਦੇ ਵਿੱਚ ਉਹ ਕਹਿੰਦੇ ਸੀ ਅਸੀਂ FIR ਵੀ ਪੜ੍ਹੀਆਂ ਨੇ, ਤੇ ਉਹਦੇ 'ਚੋਂ ਬਿਕਰਮ ਮਜੀਠੀਆ ਨੂੰ ਛੇਤੀ ਬਚ ਕੇ ਨਿਕਲਣ ਦਾ ਸ਼ਾਇਦ ਰਸਤੇ ਕਾਫੀ ਬੰਦ ਨੇ ਜੀ ਉਹਦੇ। ਤੇ ਹੁਣ ਨਵਜੋਤ ਸਿੱਧੂ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਕਰਕੇ ਪੰਜਾਬ ਦੇ ਵਿੱਚ ਜੰਗਲ ਰਾਜ ਵਾਲਾ ਮਾਹੌਲ ਬਣ ਗਿਆ, ਸੋ ਇਹਦੀ ਕੀ ਹਕੀਕਤ ਹੈ ਜੀ? ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਜੀ ਕਿ ਅੱਜ ਜਿਹੜੇ ਹੈਗੇ ਆ ਭਗਵੰਤ ਮਾਨ ਨੇ ਵੀ ਗੈਂਗਸਟਰਸ ਦੀ ਗੱਲ ਕੀਤੀ ਆ, ਉਹਦੇ ਵਿੱਚ ਵੀ ਕਿਹਾ ਕਿ ਵੱਧ ਰਿਹਾ ਕ੍ਰਾਈਮ ਹੈ, 3 ਤੋਂ 4 ਗੁਣਾ ਪਿਛਲੇ 5, 6, 7 ਸਾਲਾਂ ਦੇ ਵਿੱਚ ਇਹ ਵਧਿਆ ਵਾ। ਤੇ ਜਿੱਦਣ ਦੀ ਇਹ ਨਵੀਂ ਸਰਕਾਰ ਆਈ ਹੈ ਉਦੋਂ ਤੋਂ ਲੈ ਕੇ ਜੀ 3 ਤੋਂ ਆਈ ਥਿੰਕ 4 ਕਾਂਗਰਸ ਦੇ ਵਰਕਰਸ ਮਾਰੇ ਗਏ ਆ, ਤੇ ਜਿਹੜੇ ਉਹਨਾਂ ਦੀਆਂ ਔਰ ਕਿਹਾ ਇਹ ਜਾਂਦਾ ਕਿ ਆਮ ਆਦਮੀ ਪਾਰਟੀ ਦੇ ਹੀ ਵਰਕਰਸ ਨੇ ਮਾਰਿਆ ਉਹਨਾਂ ਨੂੰ। ਤਾਂ ਨਵਜੋਤ ਸਿੱਧੂ ਸਾਰਿਆਂ ਦੇ ਉੱਥੇ ਜਿਹੜੇ ਉਹਨਾਂ ਦੇ ਮਰਦੇ ਆ, ਉਹਨੂੰ ਇੱਕ ਤਾਂ ਜਿਹੜਾ ਕੋਈ ਆਪਣੇ ਇੱਕ ਲੁਧਿਆਣੇ ਦੇ ਕੋਲੇ ਜਿਹੜੀ ਡੈਥ ਹੋਈ ਆ ਮੁੰਡੇ ਦੀ, ਉਹਨੂੰ ਕੁੱਟ ਕੇ ਮਾਰਿਆ ਇਹਨਾਂ ਦਾ ਜਿਹੜਾ ਵਰਕਰ ਸੀਗਾ ਕਾਂਗਰਸ ਦਾ। ਤੇ ਫਿਰ ਉਹ ਆਮ ਆਦਮੀ ਪਾਰਟੀ ਨੂੰ ਰੋਜ਼ ਇਹ ਕਹਿ ਰਹੇ ਆ, ਔਰ ਇਹ ਕੋਈ ਵਿਕਟਿਮ ਜਿਹੜਾ ਸੀ ਉਹ ਮੰਗਤ ਰਾਮ ਸੀ, ਕਾਂਗਰਸ ਦਾ ਵਾਰਡ 12 ਦਾ ਪ੍ਰਧਾਨ ਸੀ। ਅਤੇ ਜਿਹੜੇ ਸੀ ਕੁਝ ਅਕਾਲੀ ਦਲ ਦੇ ਕੁਝ ਹੋਰ ਲੋਕੀ ਵੀ ਸੀਗੇ ਜੀ, ਉਹਨਾਂ ਦੀ ਇਹ ਰੰਜਿਸ਼ ਚੱਲਦੀ ਆ ਰਹੀ ਸੀ। ਤੇ ਉਹ ਕਹਿੰਦੇ ਜੀ ਇਹ ਰੁਕ ਨਹੀਂ ਰਿਹਾ, ਔਰ ਜਿਸ ਤਰ੍ਹਾਂ ਸਾਰੇ ਦਾ ਸਾਰਾ ਉਹਨਾਂ ਨੇ ਕਿਹਾ ਕਿ ਤੁਸੀਂ ਜਾ ਕੇ ਇਹ ਵੀ ਟਵੀਟ ਦੇਖੀ ਸੀ ਕਿ ਜਿੱਥੇ ਭਗਵੰਤ ਮਾਨ ਤੇ ਕੇਜਰੀਵਾਲ ਜਾ ਕੇ ਮਹਾਤਮਾ ਗਾਂਧੀ ਦੇ ਆਸ਼ਰਮ 'ਚ ਜਾ ਕੇ ਚਰਖਾ ਕੱਤਣ ਦੀ ਕੋਸ਼ਿਸ਼ ਕਰ ਰਹੇ ਸੀ। ਕਹਿੰਦੇ ਚਰਖਾ ਦਾ ਜਿੰਨਾ ਮਰਜ਼ੀ ਕੱਤ ਲਓ, ਪੰਜਾਬੀਆਂ ਦੀਆਂ ਜਾਨਾਂ ਜਿਹੜੀਆਂ ਹੈਗੀਆਂ ਉਹ ਸੁਰੱਖਿਅਤ ਕਰ ਲਓ। ਸੋ ਜਿਹੜੀ ਇਹ ਤਾਂ ਜਿਹੜੀਆਂ ਸਾਰਾ ਚੱਲ ਰਿਹਾ, ਪਰ ਨਵਜੋਤ ਸਿੱਧੂ ਵੱਲੋਂ ਪਾਰਟੀ ਦੇ ਜਿਹੜੇ ਸਪੈਸ਼ਲੀ ਵਰਕਰਸ ਨੇ, ਜਿਹੜੇ ਕੋਸ਼ਿਸ਼ ਇਹ ਕਰਨੀ ਚਾਹੀਦੀ ਸੀ ਕਿ ਚੋਣਾਂ ਤੋਂ ਪਹਿਲਾਂ ਜਾ ਕੇ ਆਪਣੇ ਵਰਕਰਸ ਨੂੰ ਮਿਲਦੇ, ਉਹ ਹੁਣ ਮਿਲਣ ਦੀ ਕੋਸ਼ਿਸ਼ ਕਰ ਰਹੇ ਆ, ਪਾਰਟੀ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਿਹਾ। ਕਿਉਂਕਿ ਅਮਰਿੰਦਰ ਸਿੰਘ ਰਸਤੇ ਚੋਂ ਬਾਹਰ ਹੋ ਗਿਆ, ਚੰਨੀ ਰਸਤੇ ਚੋਂ ਬਾਹਰ ਹੈ, ਬਲਰਾਮ ਆਪਣਾ ਸੁਨੀਲ ਜਾਖੜ ਵੀ ਆਲਮੋਸਟ ਬਾਹਰ ਹੈ। ਸੋ ਇਹ ਸਾਰੇ ਦੇ ਰਸਤਾ ਤਾਂ ਕਈ ਪਰੇ ਹੋ ਗਿਆ। ਬੇਸ਼ੱਕ ਸੋਨੀਆ ਗਾਂਧੀ ਨੇ ਅਸਤੀਫਾ ਤਾਂ ਲੈ ਲਿਆ, ਤੇ ਪਰ ਇਸ ਵੇਲੇ ਜਿਹੜੇ ਸੀਨੀਅਰ ਲੀਡਰ ਨੇ ਉਹ ਪੰਜਾਬ ਦੀ ਕਮਾਨ ਸਾਂਭਣ ਨੂੰ ਤਿਆਰ ਨਹੀਂ। ਸੋ ਨਵਜੋਤ ਸਿੱਧੂ ਨੂੰ ਦੀ ਫੇਰ ਹੁਣ ਜਿਹੜੀ ਮਿਹਨਤ ਜਿਹੜੀ ਕਰ ਰਹੇ ਕਿ ਉਹ ਪੰਜਾਬ ਕਾਂਗਰਸ ਦੀ ਜਿਹੜੀ ਪ੍ਰਧਾਨਗੀ ਆ ਜਾਂ ਕੋਈ ਅਹਿਮ ਅਹੁਦਾ ਜਿਹੜਾ ਹੈ ਉਹਨਾਂ ਨੂੰ ਰਿਸਪੌਂਸਿਬਿਲਿਟੀ ਮਿਲੇ, ਤਾਂ ਉਹ ਪਾਰਟੀ ਦੇ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਦੂਸਰੇ ਪਾਸੇ ਇੱਕ ਆਪੋਜੀਸ਼ਨ ਕਾਰਗਰ, ਉਹਨਾਂ ਨੇ ਜਿਹੜਾ ਇੱਕ ਪਿੱਛੇ ਜੇ ਵੀ ਬਿਆਨ ਦਿੱਤਾ ਸੀ ਅਸੀਂ ਹਾਰੇ ਆ ਮਰੇ ਨਹੀਂ, ਉਸ ਦੇ ਉੱਤੇ ਪੂਰੇ ਉਤਰਦੇ ਹੋਏ ਨਵਜੋਤ ਸਿੱਧੂ ਹੈਗੇ ਆ। ਪਰ ਮੈਂ ਤਾਂ ਇਹ ਕਹੂੰਗਾ ਬਹੁਤ ਦੇਰ ਕਰਦੀ ਸਨਮ ਆਤੇ ਆਤੇ। ਇਹ ਕੰਮ ਨਵਜੋਤ ਸਿੱਧੂ ਨੂੰ ਚੋਣਾਂ ਤੋਂ ਪਹਿਲਾਂ ਕਰਨਾ ਚਾਹੀਦਾ ਸੀ, PCC ਦੇ ਪ੍ਰਧਾਨ ਬਣਨ ਤੋਂ ਬਾਅਦ। ਤੇ ਪੰਦੇਰ ਸਾਹਿਬ, ਹੁਣ ਪੰਜਾਬ ਦੇ ਵਿੱਚ ਇੱਕ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ
ਕਹਿੰਦੇ ਪੰਚਾਇਤਾਂ ਦੀ ਤਕਰੀਬਨ 50,000 ਏਕੜ ਜ਼ਮੀਨ ਆ ਜਿੱਥੇ ਗੈਰ ਕਾਨੂੰਨੀ ਕਬਜ਼ਾ ਹੋਇਆ, ਉਸ ਜ਼ਮੀਨ ਨੂੰ ਛੁਡਾਇਆ ਜਾਏਗਾ। ਬਿਲਕੁਲ ਇਹ ਬਹੁਤ ਇੰਪੋਰਟੈਂਟ ਹੈ ਜੀ। ਆਪਣੇ ਜਿਹੜੇ ਪੰਚਾਇਤਾਂ ਦੇ ਰੂਰਲ ਡਿਵੈਲਪਮੈਂਟ ਤੇ ਪੰਚਾਇਤਾਂ ਦੇ ਮੰਤਰੀ ਨੇ ਕੁਲਦੀਪ ਸਿੰਘ ਧਾਲੀਵਾਲ, ਉਹਨਾਂ ਦੀ ਵੱਲੋਂ ਇਹ ਗੱਲ ਆ ਰਹੀ ਆ। ਉਹਨਾਂ ਨੇ ਪਿਛਲੇ ਕਈ ਦਿਨਾਂ ਤੋਂ ਬਹੁਤ ਸਾਰੇ ਖੁਲਾਸੇ ਕਰ ਰਹੇ ਆ ਜੀ ਤੇ ਔਰ ਉਹਨਾਂ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਨਾ ਜੀ ਬਹੁਤ ਸਾਰੇ ਕਰੋੜਾਂ ਦੇ ਅਰਬਾਂ ਦੇ ਜਿਹੜੇ ਪ੍ਰੋਜੈਕਟ ਪਿਛਲੇ ਸਰਕਾਰਾਂ ਦੇ ਦੌਰਾਨ ਚੱਲੇ ਔਰ ਉਹ ਬਹੁਤ ਗਲਤ ਤਰੀਕੇ ਦੇ ਨਾਲ ਬਣੇ ਆ ਔਰ ਉਹਦੇ ਵਿੱਚ ਉਹਨਾਂ ਦੀ ਪਲੈਨਿੰਗ, ਇੰਪਲੀਮੈਂਟੇਸ਼ਨ, ਈਵਨ ਜਿਹੜਾ ਮਟੀਰੀਅਲ ਆ ਉਹ ਵੀ ਬਹੁਤ ਮਾੜਾ ਵਰਤਿਆ ਗਿਆ ਔਰ ਉਹਦੇ ਨਾਲ ਜਿਹੜੇ ਰੂਰਲ ਡਿਵੈਲਪਮੈਂਟ ਦੇ ਫੰਡ ਸੀਗੇ ਜੀ ਉਹ ਖੁਰਦ-ਬੁਰਦ ਹੋਏ। ਲੋਕਾਂ ਨੂੰ ਨਾ ਤਾਂ ਸਰਵਿਸ ਮਿਲੀ, ਸਰਵਿਸ ਤਾਂ ਕੀ ਮਿਲਣੀ ਸੀ, ਔਖਿਆਈ ਹੋ ਰਹੀ ਹੈ। ਉਹ ਕਹਿੰਦੇ ਜੀ ਕਈ ਜਗ੍ਹਾ ਦੇ ਉੱਤੇ ਜਿਹੜੀਆਂ ਗਲੀਆਂ ਪੱਕੀਆਂ ਕੀਤੀਆਂ ਉਹਨਾਂ ਦਾ ਲੈਵਲ ਇੰਨਾ ਉੱਚਾ ਹੋ ਗਿਆ, ਲੋਕਾਂ ਦੇ ਘਰਾਂ 'ਚ ਜਦੋਂ ਮੀਂਹ ਪੈਂਦੇ ਨੇ ਉਦੋਂ ਮੌਨਸੂਨ ਦੇ ਉਦੋਂ ਬਹੁਤ ਵੱਡਾ ਜਿਹੜੇ ਹੈਗੀ ਆ ਸਮੱਸਿਆ ਖੜੀ ਹੋ ਜਾਂਦੀ ਹੈ ਔਰ ਜਿਹੜਾ ਸੀਵਰੇਜ ਸੀਗਾ ਜੀ ਉਹ ਵੀ ਨਹੀਂ ਚੱਲਦਾ। ਕਹਿੰਦੇ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਜਿਹੜਾ ਵੀ ਕੰਮ ਕੀਤਾ ਜਾਵੇ ਡਿਵੈਲਪਮੈਂਟ ਦਾ ਉਹ ਘੱਟੋ ਘੱਟ 20 ਸਾਲ ਦੀ ਉਹਦੀ ਜ਼ਿੰਦਗੀ ਹੋਣੀ ਚਾਹੀਦੀ ਆ। ਉਹ 20 ਸਾਲ ਤਾਂ ਚੱਲੇ ਨਾ ਉਹ ਸਿਸਟਮ, ਪਰ ਉਹ ਕਹਿੰਦੇ ਨਹੀਂ ਚੱਲ ਰਿਹਾ। ਪਹਿਲੀ ਤਾਂ ਇਨਕੁਆਇਰੀ ਉਹਦੀ ਹੈ ਕਿ ਪਿੰਡਾਂ ਦੇ ਵਿੱਚ ਇਹ ਜਿਹੜੇ ਰੂਰਲ ਡਿਵੈਲਪਮੈਂਟ ਦੇ ਫੰਡ ਸੀ ਕੇਂਦਰ ਸਰਕਾਰ ਵੱਲੋਂ ਵੀ ਆਏ ਔਰ ਉਹ ਉਹਨਾਂ ਦੀ ਜਿਹੜੀ ਹੈਗੀ ਹੈ ਦੁਰਵਰਤੋਂ ਆ। ਇੱਕ ਤਾਂ ਉਹ ਆ, ਦੂਸਰਾ ਉਹਨਾਂ ਨੇ ਕਿਹਾ ਕਿ 50,000 ਏਕੜ ਜਿਹੜਾ ਹੈਗਾ ਸਰਕਾਰੀ ਜਿਹੜੀ ਹੈਗੀ ਆ ਜਾਇਦਾਦ ਹੈ, ਸਰਕਾਰੀ ਲੈਂਡ ਆ, ਉਹਦੇ ਉੱਤੇ ਜਿਹੜੇ ਹੈਗੇ ਨਜਾਇਜ਼ ਕਬਜ਼ੇ ਨੇ ਤੇ ਸਾਬਕਾ MLA ਜਿਹੜੇ ਹੈ ਉਹਨਾਂ ਦਾ ਇਸ ਕਬਜ਼ਿਆਂ ਦੇ ਵਿੱਚ ਬਹੁਤ ਵੱਡਾ ਰੋਲ ਆ। ਸ਼ਾਮ ਲਾਟਾ ਨੇ ਕਈ ਕੁਛ ਆ ਉਹਦੇ ਵਿੱਚ। ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਆਪਣੇ ਗਰੀਬ ਲੋਕਾਂ ਨੂੰ ਜਿਹੜਾ ਹੈਗਾ ਰੀਹੈਬਿਲਿਟੇਸ਼ਨ ਦਾ ਜਾਂ ਐਮਪਲੋਇਮੈਂਟ ਦਾ ਜਾਂ ਹਾਊਸਿੰਗ ਦਾ ਕਈ ਕੁਝ ਹੋ ਸਕਦਾ। ਜੇ 50,000 ਏਕੜ ਜਿਹੜਾ ਹੈ ਉਹ ਕਹਿੰਦੇ ਅਸੀਂ ਇਹ ਇਲੀਗਲ ਆਕੂਪੇਸ਼ਨ ਹੈ। ਪਿੱਛੇ ਜੇ ਆਪਾਂ SGPC ਨੂੰ ਵੀ ਦੇਖ ਰਹੇ ਸੀ, SGPC 'ਚ ਵੀ ਇਹੀ ਗੱਲ ਸੀ ਕਿ ਜੀ ਜਿਹੜੀ ਇਨਫਲੂਐਂਸ਼ੀਅਲ ਲੋਕ ਨੇ ਉਹਨਾਂ ਨੇ ਗੁਰੂ ਘਰ ਦੀ ਜ਼ਮੀਨ ਉਹ ਵੀ ਹਜ਼ਾਰਾਂ ਏਕੜ ਦੇ ਵਿੱਚ ਹੀ ਆ ਉਹਦੇ 'ਤੇ ਕਬਜ਼ੇ ਕੀਤੇ ਹੋਏ ਆ। ਸੋ ਕੁਲਦੀਪ ਸਿੰਘ ਧਾਲੀਵਾਲ ਜੋ NRI ਮਿਨਿਸਟਰ ਵੀ ਨੇ, ਅਸੀਂ ਆਪਣੇ ਸਰੋਤਿਆਂ ਨੂੰ ਦੱਸਣਾ ਹੀ ਚਾਹੁੰਦੇ ਹਾਂ ਕਿ ਬੜੀ ਜਲਦੀ ਇਹਨਾਂ ਦੇ ਨਾਲ ਅਸੀਂ ਡਾਇਰੈਕਟ ਗੱਲ ਵੀ ਕਰਾਂਗੇ, ਤੁਹਾਡੇ ਨਾਲ ਰੂਬਰੂ ਕਰਾਵਾਂਗੇ NRI ਇਸ਼ੂਜ਼ ਦੇ ਉੱਤੇ। ਉਹਨਾਂ ਨੇ ਕਿਹਾ, ਉਹਨਾਂ ਨੇ ਅਸ਼ੋਰ ਕੀਤਾ ਕਿ ਅਸੀਂ ਇਹ ਜਿਹੜੀ ਇਲੀਗਲ ਆਕੂਪੇਸ਼ਨ ਹੈ, ਜਿਹੜੀ ਇਹ ਕਬਜ਼ੇ ਨੇ, ਬੜੀ ਜਲਦੀ ਛੁਡਵਾ ਲੈਣੇ। ਪੰਦੇਰ ਸਾਹਿਬ, ਕਾਂਗਰਸ ਪਾਰਟੀ ਦੀਆਂ ਲੱਗਦਾ ਸਮੱਸਿਆਵਾਂ ਵੱਧਦੀਆਂ ਜਾ ਰਹੀਆਂ ਨੇ ਨਿਰੰਤਰ। ਸੋਨੀਆ ਗਾਂਧੀ ਨੇ ਕਿਹਾ ਵੀ ਪਾਰਟੀ ਇਸ ਤੋਂ ਵੀ ਵੱਡੇ ਚੈਲੰਜਸ ਲਈ ਤਿਆਰ ਰਹੇ ਤੇ ਰਵਨੀਤ ਬਿੱਟੂ ਨੇ ਜਾ ਕੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਹੈ ਤੇ ਉਧਰੋਂ ਮਰਹੂਮ ਨੇਤਾ ਅਹਿਮਦ ਪਟੇਲ ਦੇ ਬੇਟੇ ਫੈਜ਼ਲ ਪਟੇਲ ਉਹਨਾਂ ਨੇ ਵੀ ਇੱਕ ਟਵੀਟ ਕੀਤੀ ਹੈ। ਕਹਿੰਦੇ ਵੀ ਮੈਂ ਉਡੀਕ ਕਰ ਕਰਕੇ ਪਰੇਸ਼ਾਨ ਹੋ ਚੁੱਕਿਆ ਤੇ ਹਾਈ ਕਮਾਂਡ ਵੱਲੋਂ ਕਿਸੇ ਤਰ੍ਹਾਂ ਦੀ ਹੱਲਾਸ਼ੇਰੀ ਦਿੱਤੀ ਨਹੀਂ ਜਾ ਰਹੀ ਤੇ ਮੈਂ ਵੀ ਆਪਣੇ ਆਪਸ਼ਨਸ ਨੂੰ ਖੁੱਲ੍ਹਾ ਰੱਖ ਰਿਹਾ, ਸੋ ਹੋ ਸਕਦਾ ਹੈ ਵੀ ਪਾਰਟੀ ਛੱਡ ਕੇ ਚਲੇ ਜਾਣ। ਵਾਸੂ ਜੀ ਉਹ ਕਹਿੰਦੇ ਹੁੰਦੇ ਨਾ ਵੀ ਜਦੋਂ ਜਹਾਜ਼ ਡੁੱਬਣ ਲੱਗਦਾ ਤਾਂ ਕਈ ਕੁਛ ਵਿੱਚ ਛੱਡਣਾ ਸ਼ੁਰੂ ਕਰ ਦਿੰਦੇ ਆ। ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਪਰ ਕਿਉਂਕਿ ਬਹੁਤ ਸਾਰੇ ਲੋਕੀ ਛੱਡ ਕੇ ਚਲੇ ਗਏ ਆ। ਪਰ ਕੱਲ ਜਿਹੜੀ 5 ਜਿਹੜੇ ਸਟੇਟਸ ਦੇ ਵਿੱਚ ਬਹੁਤ ਬੁਰੀ ਹਾਰ ਤੋਂ ਬਾਅਦ ਸੋਨੀਆ ਗਾਂਧੀ ਨੇ ਹੌਸਲਾ ਕੀਤਾ ਕਿ ਜਿਹੜੀ ਕਾਂਗਰਸ ਪਾਰਲੀਮੈਂਟਰੀ ਪਾਰਟੀ ਆ ਉਹਦੀ ਮੀਟਿੰਗ ਸੱਦੀ, ਯਾਨੀ ਕਿ ਲੋਕ ਸਭਾ ਤੇ ਰਾਜ ਸਭਾ ਦੇ ਜਿੰਨੇ MP ਆ ਉਹਨਾਂ ਦੀ ਮੀਟਿੰਗ ਸੱਦੀ, ਮੋਸਟਲੀ ਹਾਜ਼ਰ ਸਨ ਜੀ। ਉਹਦੇ ਵਿੱਚ ਉਹਨਾਂ ਨੇ ਐਡਰੈਸ ਕੀਤਾ ਕਿ ਅਸੀਂ ਬੜੇ ਔਖੇ ਟਾਈਮ ਚੋਂ ਲੰਘ ਰਹੇ ਹਾਂ ਤੇ ਅੱਗੇ ਚੈਲੰਜਸ ਇਦੋਂ ਵੀ ਗੰਭੀਰ ਆਉਣਗੇ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਹਰ ਇੱਕ, ਕਿਉਂਕਿ ਜਿਹੜੀ G23 ਦੇ ਪਿਛਲੇ ਦਿਨੀ ਆਪਾਂ ਦੇਖਿਆ ਕਿ ਉਹਨਾਂ ਦੀ ਨਾਲ ਮੀਟਿੰਗ ਵੀ ਕੀਤੀ ਆ ਸੋਨੀਆ ਗਾਂਧੀ ਨੇ, ਰਾਹੁਲ ਨੇ ਵੀ ਕੀਤੀ ਆ ਮੀਟਿੰਗ ਤੇ ਉਹਦੇ ਵਿੱਚ ਕਾਫੀ ਜਿਹੜੇ ਮੁੱਦੇ ਵੀ ਸਾਹਮਣੇ ਆਏ ਆ ਤੇ ਜਿਹੜੀ ਡਿਸੀਡੈਂਸ ਹੈ ਉਹ ਹਾਲੇ ਠੱਲ ਨਹੀਂ ਰਹੀ, ਉਹਨੂੰ ਕਾਬੂ ਨਹੀਂ ਕਰ ਸਕਿਆ ਗਾਂਧੀ ਪਰਿਵਾਰ। ਤੇ ਉਹਦੇ ਵਾਸਤੇ ਉਹਨਾਂ ਨੇ ਕਿਹਾ ਕਿ ਉੱਪਰ ਤੋਂ ਲੈ ਕੇ ਥੱਲੇ ਤੱਕ ਇੱਕ ਯੂਨਿਟੀ ਦੀ ਲੋੜ ਹੈ, ਤਾਂ ਹੀ ਅਸੀਂ ਜਿਹੜੀ ਹੈਗੀ ਆ BJP ਦਾ ਜਿਹੜਾ ਜਾਂ ਸੰਘ ਪਰਿਵਾਰ ਦਾ ਜਿਹੜਾ ਡਿਵਿਸਿਵ ਏਜੰਡਾ ਉਸ ਨੂੰ ਕਾਊਂਟਰ ਕਰ ਸਕਦੇ ਆ। ਉਹਨਾਂ ਨੇ ਕਿਹਾ ਕਿ ਕਾਂਗਰਸ ਨੂੰ ਰਿਵਾਈਵ ਕਰਨਾ ਸਾਡੇ ਦੇਸ਼ ਦੇ ਵਾਸਤੇ ਔਰ ਸਮਾਜ ਵਾਸਤੇ ਬਹੁਤ ਜ਼ਰੂਰੀ ਹੈ, ਕਿਉਂਕਿ ਸਾਰਾ ਕੁਝ BJP ਦੇ ਜਾਂ ਇਹੋ ਜਿਹੀ ਉਹਦੀ ਅਲਾਈਜ਼ ਵਾਸਤੇ ਨਹੀਂ ਛੱਡਿਆ ਜਾ ਸਕਦਾ। ਕਾਂਗਰਸ ਨੂੰ ਆਪਣਾ ਸਾਰਥਕ ਰੋਲ ਨਿਭਾਉਣਾ ਪੈਣਾ। ਪਰ ਨਾਲ ਦੀ ਨਾਲ ਜਦੋਂ ਇੱਕ ਬੜਾ ਇੰਪੋਰਟੈਂਟ ਹੋਰ ਵੀ ਸੀਗਾ ਕਿ ਸੋਨੀਆ ਗਾਂਧੀ ਨੂੰ ਕੱਲ ਬੜੀ ਇੰਪੋਰਟੈਂਟ ਜਗ੍ਹਾ ਤੇ ਸੱਦਿਆ ਗਿਆ
ਡੀਐਮਕੇ ਨੇ ਆਪਣਾ ਦਫ਼ਤਰ ਦਿੱਲੀ ਦੇ ਵਿੱਚ ਖੋਲ੍ਹਿਆ। ਉੱਥੋਂ ਦੇ ਜਿਹੜੇ ਉਹਨਾਂ ਦੇ ਚੀਫ ਮਿਨਿਸਟਰ ਨੇ ਸਟਾਲਿਨ, ਜੀ ਤੇ ਉਹਨਾਂ ਨੇ ਆ ਕੇ ਉੱਥੇ ਬੁਲਾਇਆ ਤੇ ਜਿਹੜਾ ਫੀਤਾ ਉਹ ਸੋਨੀਆ ਗਾਂਧੀ ਕੋਲੋਂ ਕਟਾਇਆ। ਹੋਰ ਵੀ ਬਾਕੀ ਸਾਰੇ ਕਾਫੀ ਲੀਡਰ ਸਨ ਉੱਥੇ, ਅਖਿਲੇਸ਼ ਯਾਦਵ ਵੀ ਸੀ, ਫਿਰ ਸੀਤਾਰਾਮ ਯੇਚੁਰੀ ਵੀ ਸੀ, ਪੰਜਾਬ 'ਚੋਂ ਅਕਾਲੀ ਦਲ 'ਚੋਂ ਹਰਸਿਮਰਤ ਕੌਰ ਬਾਦਲ ਵੀ ਸਨ ਉੱਥੇ। ਸੋ ਜਿਹੜੀ ਉਹ ਗੱਲ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਪਿਛਲੇ ਹਫ਼ਤੇ ਗੱਲ ਕੀਤੀ ਸੀ ਕਿ ਸਟਾਲਿਨ ਨੂੰ ਕਿਹਾ ਜਾ ਰਿਹਾ ਕਿ ਜਿਹੜੀਆਂ ਸਟੇਟ ਲੈਵਲ ਦੇ ਉੱਤੇ ਪਾਰਟੀਜ਼ ਨੇ ਉਹਨਾਂ ਨੂੰ ਇੱਕ ਆਰਗੇਨਾਈਜ਼ ਕਰਕੇ ਇੱਕ ਜਿਹੜੀ ਹੈਗੀ ਹੈ ਗੈਰ ਬੀਜੇਪੀ ਫਰੰਟ ਬਣਾਇਆ ਜਾਵੇ, ਔਰ ਸਟਾਲਿਨ ਜਾਂ ਕੋਈ ਮਮਤਾ ਬੈਨਰਜੀ ਵਗੈਰਾ ਇਹਦੇ ਵਿੱਚ ਮੋਢਲਾ ਰੋਲ ਪਲੇ ਕਰਨ। ਹੁਣ ਇਹਦੇ ਵਿੱਚ ਦੋ ਇਸ਼ੂਜ਼ ਨੇ, ਆਮ ਆਦਮੀ ਪਾਰਟੀ ਕਿੱਥੇ ਖੜੇਗੀ ਇਹਦੇ 'ਚ ਜਾ ਕੇ, ਔਰ ਜੇ ਬਣਦਾ ਵਾ ਇਹੋ ਜਿਹਾ ਕਿ ਅਕਾਲੀ ਦਲ ਜਿਸ ਨੂੰ ਹੁਣ ਬੀਜੇਪੀ ਇਸ ਵੇਲੇ ਘਾਹ ਨਹੀਂ ਪਾ ਰਹੀ, ਕਿ ਅਕਾਲੀ ਦਲ ਉਸ ਗੱਠਜੋੜ ਦਾ ਹਿੱਸਾ ਬਣ ਜਾਏਗਾ ਜਿਹਦੇ ਵਿੱਚ ਕਾਂਗਰਸ ਹੈਗੀ ਹੈ, ਕਿਉਂਕਿ ਹੁਣ ਤੱਕ ਅਕਾਲੀ ਦਲ ਨੇ ਆਪਣੀ ਬੰਦੂਕ ਕਾਂਗਰਸ ਤੇ ਤਾਣੀ ਰੱਖੀ ਹੈ। ਸੋ ਇਹ ਤਾਂ ਵੱਡੀਆਂ ਗੱਲਾਂ ਆਉਣਗੀਆਂ, ਪਰ ਜਿਹੜੀ ਜਦੋਂ ਸੋਨੀਆ ਗਾਂਧੀ ਇੰਨੇ ਕੋਸ਼ਿਸ਼ ਮਿਹਨਤ ਕਰ ਰਹੇ ਸੀ ਤੇ ਨਾਲ ਦੀ ਨਾਲ ਕਿਸੇ ਟਾਈਮ ਦੇ ਉੱਤੇ ਰਾਹੁਲ ਗਾਂਧੀ ਦੇ ਚਹੇਤੇ ਔਰ ਇੰਡੀਅਨ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਵਨੀਤ ਬਿੱਟੂ ਜੋ ਮੈਂਬਰ ਪਾਰਲੀਮੈਂਟ ਨੇ ਲੁਧਿਆਣੇ ਤੋਂ, ਉਹ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਔਰ ਕਾਫੀ ਗਰਮਜੋਸ਼ੀ ਨਾਲ ਦੋਨੋਂ ਨੇਤਾਵਾਂ ਦੀ ਮੀਟਿੰਗ ਹੋਈ, ਔਰ ਉਹਦੇ ਨਾਲ ਰਿਊਮਰ ਮਿਲ ਬੜਾ ਚੱਲਿਆ ਕਿ ਸ਼ਾਇਦ ਰਵਨੀਤ ਬਿੱਟੂ ਵੀ ਬੀਜੇਪੀ ਚਲੇ ਜਾਣ। ਰਵਨੀਤ ਬਿੱਟੂ ਅਮਰਿੰਦਰ ਸਿੰਘ ਦੇ, ਚੰਨੀ ਦੇ, ਨਵਜੋਤ ਸਿੱਧੂ ਦੇ ਕਾਫੀ ਕ੍ਰਿਟਿਕ ਰਹੇ ਆ, ਔਰ ਪਾਰਟੀ ਪ੍ਰਧਾਨ ਬਣਨ ਦੇ ਇਸ ਵੇਲੇ ਪੰਜਾਬ ਪ੍ਰਦੇਸ਼ ਪਾਰਟੀ ਪ੍ਰਧਾਨ ਬਣਨ ਦੇ ਇੱਛੁਕ ਨੇ, ਚਾਹਵਾਨ ਨੇ ਇਸ ਵੇਲੇ। ਤੇ ਉਹਨਾਂ ਨੂੰ ਕੀ ਇਹ ਸਿਰਫ ਇੱਕ ਪ੍ਰੈਸ਼ਰ ਟੈਕਟਿਕ ਸੀ, ਕਿਉਂਕਿ ਬਾਅਦ ਚੋਂ ਆ ਕੇ ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਹਮੇਸ਼ਾ ਕਾਂਗਰਸੀ ਹੀ ਰਹੂੰਗਾ, ਮੈਂ ਤਾਂ ਪ੍ਰਧਾਨ ਮੰਤਰੀ ਦੇ ਕੋਲੇ ਜਾ ਕੇ ਪੰਜਾਬ ਦੇ ਮੁੱਦੇ ਹੀ ਚੁੱਕੇ ਸੀ, ਜਿਸ ਤਰ੍ਹਾਂ BBMB ਦਾ ਇਸ਼ੂ ਹੋਇਆ, ਕਰਜ਼ਾ ਮਾਫੀ ਦਾ ਹੋਇਆ, ਸਾਰਾ ਇਹ ਇਸ਼ੂ ਚੁੱਕੇ ਸੀ, ਸਿਕਿਉਰਿਟੀ ਦਾ ਵੀ ਹੋਇਆ। ਪਰ ਦੂਸਰੇ ਪਾਸੇ ਗੁਜਰਾਤ 'ਚ ਜਿੱਥੇ ਹੁਣ ਚੋਣਾਂ ਹੋਣੀਆਂ ਨੇ ਔਰ ਪ੍ਰੈਸਟੀਜ ਦਾ ਇਸ਼ੂ ਬਣਨਾ, ਪਿਛਲੀਆਂ ਚੋਣਾਂ ਜੋ ਆਲਮੋਸਟ 4.5 ਸਾਲ ਪਹਿਲਾਂ ਹੋਈਆਂ ਸੀ, ਉਹਦੇ ਵਿੱਚ ਕਾਂਗਰਸ ਨੇ ਕਾਫੀ ਅੱਛੀ ਪਰਫਾਰਮੈਂਸ ਦਿੱਤੀ ਸੀ, ਬੇਸ਼ੱਕ ਇਲੈਕਸ਼ਨ ਨਹੀਂ ਸੀ ਜਿੱਤ ਪਾਏ। ਉੱਥੇ ਅਹਿਮਦ ਪਟੇਲ ਦੇ ਬੇਟੇ ਫੈਜ਼ਲ ਪਟੇਲ, ਤੇ ਜੋ ਅਹਿਮਦ ਪਟੇਲ ਕਿਸੇ ਟਾਈਮ ਤੇ ਗਾਂਧੀ ਪਰਿਵਾਰ ਦੇ ਬਹੁਤ ਨੇੜੇ ਸਨ ਔਰ ਕਾਂਗਰਸ ਦਾ ਇੱਕ ਧੁਰਾ ਮੰਨਿਆ ਜਾਂਦੇ ਸੀ ਜੀ, ਉਹ ਵੀ ਹੁਣ ਨਾਰਾਜ਼ ਹੋਏ ਨਜ਼ਰ ਆਉਂਦੇ, ਇੱਕ ਵੱਡਾ ਰੋਲ ਐਕਸਪੈਕਟ ਕਰਦੇ ਆ ਗੁਜਰਾਤ ਦੇ ਵਿੱਚ। ਅਹਿਮਦ ਪਟੇਲ ਨੇ ਆਪਣੇ ਬੇਟੇ ਦੀ ਗਰੂਮਿੰਗ ਕਾਫੀ ਕੀਤੀ ਸੀ ਗੁਜਰਾਤ ਦੀ ਇਲੈਕਸ਼ਨ ਦੇ ਵਾਸਤੇ, ਉੱਥੇ ਪਟੇਲਾਂ ਦਾ ਜਿਹੜਾ ਹੈਗਾ ਕਾਫੀ ਅਸਰ ਹੈਗਾ। ਸੋ ਪਾਰਟੀ ਦੀਆਂ ਪ੍ਰੋਬਲਮਸ ਹਾਲੇ ਸਿਰਫ ਗੱਲਬਾਤ ਚੱਲ ਰਹੀ ਹੈ, ਮਧਾੜੀ ਚੱਲ ਰਹੀ ਹੈ, ਕਿ ਸਿਰਫ ਜਿਹੜੀ ਹੈਗੀ ਆ ਗਾਂਧੀ ਪਰਿਵਾਰ ਦੇ ਹਿੱਸੇ ਹੁਣ ਮੱਖਣ ਆਏਗਾ ਕਿ ਲੱਸੀ, ਇਹ ਦੇਖਣ ਵਾਲੀ ਗੱਲ ਹੋਊਗੀ ਜੀ। ਤੇ ਪੰਦੇਰ ਸਾਹਿਬ, ਹੁਣ ਜਿੱਥੇ ਤਿਉਹਾਰਾਂ ਦਾ ਮਾਹੌਲ ਹੈ, ਇੱਕ ਪਾਸੇ ਰਮਜ਼ਾਨ ਦਾ ਮਹੀਨਾ ਹੈ ਤੇ ਨਵਰਾਤਰੇ ਵੀ ਚੱਲ ਰਹੇ ਨੇ, ਪਰ ਫਿਰਕਾ ਪ੍ਰਸਤੀ ਹੁਣ ਲੱਗਦਾ ਇੱਕ ਵਾਰ ਫਿਰ ਤੋਂ ਸਿਰ ਚੁੱਕ ਰਹੀ ਹੈ ਭਾਰਤ ਦੇ ਵਿੱਚ। ਬਹੁਤ ਸਾਰੀਆਂ ਇੱਦਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਕਮਿਊਨਲ ਟੈਂਸ਼ਨਸ ਵੱਧ ਰਹੀਆਂ ਨੇ, ਕਿ ਮੀਟ ਦੀਆਂ ਦੁਕਾਨਾਂ ਤੋਂ ਕਿਹਾ ਗਿਆ ਕਿ ਨਵਰਾਤਰੀ ਦੇ ਕਰਕੇ ਮੀਟ ਬੈਨ ਹੋਏਗਾ, ਫਿਰ ਕਿਹਾ ਗਿਆ ਕਿ ਅਜ਼ਾਨ ਵਾਸਤੇ ਲਾਊਡ ਸਪੀਕਰ ਨਹੀਂ ਇਸਤੇਮਾਲ ਕੀਤੇ ਜਾ ਸਕਣਗੇ। ਤੇ ਜੰਮੂ ਦੇ ਵਿੱਚੋਂ ਜਿਹੜੀ ਖਬਰ ਆ ਰਹੀ ਹੈ ਕਿ ਇੱਕ ਸਕੂਲ ਦੀ ਮੈਨੇਜਮੈਂਟ ਵੱਲੋਂ ਇੱਕ ਸਿੱਖ ਬੱਚੀ ਨੂੰ ਰੋਕਿਆ ਗਿਆ। ਸੋ ਇੱਦਾਂ ਦੀਆਂ ਖਬਰਾਂ ਹੁਣ ਬਹੁਤ ਜ਼ਿਆਦਾ ਰਿਪੋਰਟ ਹੋ ਰਹੀਆਂ ਨੇ। ਹਾਂਜੀ ਬਾਸੂ ਜੀ, ਪਹਿਲਾਂ ਹਿਜਾਬ ਵਾਲਾ ਰੌਲਾ ਹੀ ਨਹੀਂ ਹਾਲੇ ਤਾਂ ਮੁੱਕਿਆ ਸੀ, ਔਰ ਭਾਰਤ ਦੇ ਵਿੱਚ ਜਿਹੜੀਆਂ ਸਿਆਸੀ ਪਾਰਟੀਆਂ ਨੇ ਕਿੱਧਰ ਨੂੰ ਮੂੰਹ ਚੱਕਿਆ ਹੋਇਆ ਇਹ ਸਮਝ ਨਹੀਂ ਆਉਂਦੀ। ਦੋ ਤੁਹਾਡੇ ਜਿਹੜੇ ਪੜੋਸੀ ਮੁਲਕ ਨੇ ਪਾਕਿਸਤਾਨ ਔਰ ਸ੍ਰੀਲੰਕਾ ਦੇ ਵਿੱਚ ਪੋਲੀਟੀਕਲ ਇਨਸਟੇਬਿਲਿਟੀ ਹੋਈ ਆ, ਉੱਥੇ ਜਿਹੜੀ ਇਕਨੋਮਿਕ ਜਿਹੜੀ ਹੈਗੀ ਆ ਫਿਸਕਲ ਪ੍ਰੋਬਲਮਸ ਨੇ, ਫਾਈਨੈਂਸ਼ੀਅਲ ਪ੍ਰੋਬਲਮਸ ਨੇ, ਲੋਕਾਂ ਦੀ ਹਾਹਾਕਾਰ ਮਚੀ ਹੋਈ ਆ। ਜਿਹੜੀ ਹੈਗੀ ਆ ਇਨਸਟੇਬਿਲਿਟੀ ਤੁਹਾਡੇ ਪੋਲੀਟੀਕਲ ਇਨਸਟੇਬਿਲਿਟੀ ਤੁਹਾਡੇ ਦਰਾਂ ਤੇ ਖੜੀ ਹੈ, ਤੇ ਤੁਸੀਂ ਇੱਧਰਲੇ ਪਾਸੇ ਇੱਕ ਜ਼ਮੀਨ ਤਿਆਰ ਕਰ ਰਹੇ ਹੋ ਕਿ ਸਾਡੀ ਵੀ ਪੋਲੀਟੀਕਲ ਇਨਸਟੇਬਿਲਿਟੀ ਹੋਵੇ। ਹੁਣ ਨਵਰਾਤਰੇ ਜਿਹੜੇ ਹੈਗੇ ਜੀ ਅੱਜ ਕੱਲ੍ਹ ਚੱਲ ਰਹੇ ਆ, ਲੋਕਾਂ ਦੇ ਵਿੱਚ ਬੜੀ ਮੰਦਰਾਂ ਦੇ ਵਿੱਚ ਬੜੀ ਰੌਣਕ ਹੈ, ਸਵੇਰੇ ਉੱਠ ਕੇ ਲੋਕੀ ਆਪਣੀ ਪੂਜਾ ਕਰਦੇ ਆ, ਪਰਸਨਲੀ ਲੈਵਲ ਦੇ ਉੱਤੇ ਵੀ ਬੜੀਆਂ ਵਧਾਈਆਂ ਮਿਲਦੀਆਂ ਨੇ, ਬੜੀ ਅੱਛੀ ਗੱਲ ਹੈ, ਸ਼ੁਰੂ ਤੋਂ ਚੱਲ ਰਿਹਾ ਜੀ। ਔਰ ਸਾਊਥ ਦਿੱਲੀ ਦੇ ਹੁਣ ਵਾਸੂ ਜੀ ਮੈਂ ਆਪਣੇ ਦੱਸਣਾ ਚਾਹੁੰਦਾ ਕਿ ਦਿੱਲੀ ਦੇ ਵਿੱਚ 3 ਮਿਊਨਿਸਪਲ ਕਾਰਪੋਰੇਸ਼ਨ ਨੇ ਜਿਹੜੀ ਸਾਊਥ, ਔਰ ਉਹ ਸਾਰੀਆਂ ਮਿਊਨਿਸਪਲ ਕਾਰਪੋਰੇਸ਼ਨ BJP ਨੇ ਕੰਟਰੋਲ ਕੀਤੀਆਂ ਹੋਈਆਂ। ਜਿਹੜਾ ਸਾਊਥ ਦਿੱਲੀ ਦੇ ਜਿਹੜਾ ਪੌਸ਼ ਇਲਾਕਾ ਵਾ ਸਭ ਤੋਂ ਜ਼ਿਆਦਾ, ਉੱਥੋਂ ਦੇ ਜਿਹੜੇ ਮੇਅਰ ਹੈ
ਉਹਨੇ ਕਹਿਤਾ ਜੀ ਜਿਹੜੀਆਂ ਮੀਟ ਦੀਆਂ ਦੁਕਾਨਾਂ ਨੇ ਉਹ ਨਵਰਾਤਰਿਆਂ ਵੇਲੇ ਬੰਦ ਹੋਣਗੀਆਂ। ਪਹਿਲਾਂ ਤਾਂ ਇਹ ਕਿਹਾ ਸੀ ਵੀ ਜਿਹੜੇ ਮੰਦਿਰਾਂ ਦੇ ਆਸ-ਪਾਸ ਕਿਤੇ ਹੋਣ, ਕਿਉਂਕਿ ਉੱਥੇ ਉਹਨਾਂ ਵਾਸਤੇ ਸ਼ਰਧਾਲੂਆਂ ਵਾਸਤੇ ਪ੍ਰੋਬਲਮ ਹੁੰਦੀ ਹੈ ਜੀ। ਪਰ ਨਾਲ ਦੀ ਨਾਲ ਅੱਜ ਕੱਲ ਰਮਜ਼ਾਨ ਵੀ ਚੱਲਦੀ ਹੈ, ਅਜ਼ਾਨ ਹੁੰਦੀ ਆ। ਕਰਨਾਟਕਾ 'ਚ ਤੇ ਮਹਾਰਾਸ਼ਟਰ 'ਚ ਇਹਦਾ ਰੌਲਾ ਪੈ ਗਿਆ। ਜੀ। ਮਹਾਰਾਸ਼ਟਰ ਦੇ ਵਿੱਚ ਜਿਹੜੇ ਉਹ ਠਾਕਰੇ ਹੈਗੇ ਆ ਆਪਣੇ ਉद्धਵ ਠਾਕਰੇ ਸੌਰੀ ਹਾਂਜੀ ਉद्धਵ ਠਾਕਰੇ ਨੇ ਦਾ ਉਹਨਾਂ ਦਾ ਇਹ ਰੌਲਾ ਹੈ ਕਿ ਜੀ ਜਿੱਥੇ ਜਿੱਥੇ ਅਜ਼ਾਨ ਕਰਨਗੇ ਅਸੀਂ ਉੱਥੇ ਉਹਦੇ ਸਾਹਮਣੇ ਲਾਊਡ ਸਪੀਕਰ ਲਾ ਕੇ ਹਨੂਮਾਨ ਚਾਲੀਸਾ ਦਾ ਪਾਠ ਸ਼ੁਰੂ ਕਰ ਦਿਆ ਕਰਨਾ। ਇਹੀ ਗੱਲ ਕਰਨਾਟਕਾ 'ਚ ਆ ਗਈ। ਹੁਣ ਕਰਨਾਟਕਾ ਦੇ ਜਿਹੜੇ ਮੁੱਖ ਮੰਤਰੀ ਨੇ ਔਰ ਹੋਮ ਮਿਨਿਸਟਰ ਨੇ ਉਹ ਇਹ ਕਹਿ ਰਹੇ ਕਿ ਅਸੀਂ ਜਿਹੜੀਆਂ ਮਸਜਿਦਾਂ 'ਚੋਂ ਲਾਊਡ ਸਪੀਕਰ ਚੁਕਾ ਰਹੇ ਹਾਂ ਉਹ ਇਸ ਕਰਕੇ ਨਹੀਂ ਹੈ ਕੋਈ ਕਮਿਊਨਲ। ਉਹ ਕਹਿੰਦੇ ਜੀ ਸਾਡਾ ਹਾਈ ਕੋਰਟ ਦਾ ਆਰਡਰ ਆ ਔਰ ਸਿਰਫ ਮਸਜਿਦਾਂ ਦਾ ਨਹੀਂ, ਉਹ ਸਾਰੀਆਂ ਧਾਰਮਿਕ ਸਥਾਨਾਂ ਦਾ ਹੈਗਾ ਕਿ ਜਿਨ੍ਹਾਂ ਨੇ ਤੁਸੀਂ ਆਪਣਾ ਕਰਨਾ ਕੋਈ ਪ੍ਰੋਗਰਾਮ, ਉਹ ਤੁਸੀਂ ਆਪਣਾ ਵੋਇਸ ਜਿਹੜੀ ਸਾਊਂਡ ਹੈ ਉਹ ਤੁਹਾਡੇ ਜਿਹੜਾ ਬਿਲਡਿੰਗ ਆ ਉਹਦੇ ਅੰਦਰ ਹੀ ਰਹਿਣੀ ਚਾਹੀਦੀ ਆ, ਬਾਹਰ ਨਹੀਂ ਜਾਣੀ ਚਾਹੀਦੀ। ਪੰਦੇਰ ਸਾਹਿਬ 30 ਸੈਕਿੰਡਸ ਨੇ ਆਪਣੇ ਕੋਲ, ਨੂੰ ਪਲੀਜ਼ ਥੋੜਾ ਆਪਾਂ ਜਲਦੀ ਵਾਈਂਡ ਅਪ ਕਰੀਏ। ਹਾਂਜੀ, ਤੇ ਉਹ ਇਹਦੇ ਵਿੱਚ ਇਹ ਰੌਲਾ ਪਿਆ ਹੈ। ਹੁਣ ਜਿਹੜਾ ਜੰਮੂ ਦੇ ਵਿੱਚ ਹੈਗਾ ਇੱਕ ਲੜਕੀ ਦਾ ਜਿਹੜਾ ਸਾਰੇ ਦਾ ਸਾਰਾ ਉਹਨੂੰ ਸਿਰ ਤੇ ਉਹਨੇ ਦੁਪੱਟਾ ਲੈਣ ਦਾ ਉਹਨੂੰ ਰੋਕਿਆ ਗਿਆ ਤੇ ਔਰ ਅੰਮ੍ਰਿਤਧਾਰੀ ਲੜਕੀ ਆ ਉਹਦੀ ਜਿਹੜੀ ਕਿਰਪਾਨ ਆ ਉਹਦੇ ਉੱਤੇ ਵੀ ਕਿਹਾ ਵੀ ਤੂੰ ਕਿਰਪਾਨ ਉਹ ਪਾ ਸਕਦੀ ਹੈ ਜਿਹੜੀ ਖਿੱਚ ਕੇ ਬਾਹਰ ਨਹੀਂ ਕੱਢੀ ਜਾ ਸਕਦੀ। ਦੂਸਰਾ ਉਹਨੂੰ ਕਿਹਾ ਕੜੇ ਦਾ ਸਾਈਜ਼ ਵੀ ਛੋਟਾ ਕਰ। ਜਦੋਂ ਗੱਲ ਥੋੜੀ ਜਿਹੀ ਵਧੀ ਤਾਂ ਉਹਨੂੰ ਜਿਹੜਾ ਸੀਗਾ ਟ੍ਰਾਂਸਫਰ ਸਰਟੀਫਿਕੇਟ ਦਾ ਵੀ ਜਾਂ ਤੂੰ ਤੈਨੂੰ ਸਕੂਲ ਚੋਂ ਕੱਢਤਾ ਤੂੰ ਜਾ ਕੇ ਕਿਤੇ ਹੋਰ। ਉਹਦੇ ਚ ਸਿੱਖ ਜਥੇਬੰਦੀਆਂ ਕਾਫੀ ਐਜੀਟੇਟ ਹੋ ਰਹੀਆਂ ਨੇ, ਮੁਸਲਿਮ ਆਰਗੇਨਾਈਜੇਸ਼ਨ ਬੜੀ ਐਜੀਟੇਟਡ ਨੇ, ਹਿੰਦੂ ਆਰਗੇਨਾਈਜੇਸ਼ਨ ਬੜੀਆਂ ਐਜੀਟੇਟਡ ਨੇ। ਸੋ ਕਮਿਊਨਲ ਟੈਂਸ਼ਨ ਦਾ ਮਾਹੌਲ ਵਧਿਆ ਹੋਇਆ, ਸਰਕਾਰ ਵਾਸਤੇ ਵੱਡਾ ਚੈਲੰਜ ਹੈ ਜੀ ਇਸ ਵੇਲੇ। ਪੰਦੇਰ ਸਾਹਿਬ ਇਹ ਸਾਰੀਆਂ ਖਬਰਾਂ ਸਾਂਝੀਆਂ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਕੱਲ ਫਿਰ ਗੱਲਬਾਤ ਹੋਏਗੀ। ਬਹੁਤ ਬਹੁਤ ਸ਼ੁਕਰੀਆ ਜੀ।